ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਜੀਵਨ ਬਾਰੇ ਵਿਚਾਰ ਕਰਾਂਗੇ। ਆਪ ਜੀ ਦਾ ਅਵਤਾਰ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526, ਗੁਰਗੱਦੀ ਮੰਡ ਤੋਂ ਜੋਤੀ ਜੋਤ 11 ਅੱਸੂ ਸੰਮਤ 1596। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਪੰਥ ਦੇ ਪਹਿਲੇ ਸਤਿਗੁਰੂ। ਉਸ ਵੇਲੇ ਦੇਸ਼ ਦੀ ਦਸ਼ਾ ਕੈਸੀ ਸੀ, ਕਲਯੁਗ ਦਾ ਕੈਸਾ ਵਰਤਾਰਾ ਸੀ। ਭਾਈ ਗੁਰਦਾਸ ਸਾਹਿਬ ਨੇ ਇਹ 12 ਵਿੱਚ ਦੱਸਿਆ ਹੈ। ਕਲਯੁਗ ਚੌਥਾ ਥਾਪਿਆ, ਸ਼ੂਦਰ ਬਿਰਤ ਜਗ ਮਹਿ ਵਰਤਾਈ। ਕਰਮ ਸੋ ਰਿਗ ਜੁਜਰ ਸ਼ਿਆਮ ਦੇ ਕਰੇ, ਜਗਤ ਰਿਦ ਬਹੁ ਸੁਖ ਚਾਈ। ਪਰਮੇਸ਼ਰ ਨੇ ਚੌਥਾ ਜੋ ਕਲਯੁਗ ਦਾ ਬਣਾਇਆ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ 4 ਯੁੱਗ ਆ। ਸੰਸਾਰ ਦੇ ਜੀਵਾਂ ਦੀ ਬਿਰਤੀ ਜਿਹੜੀ ਸੀ, ਸ਼ੂਦਰਾਂ ਨੀਚ ਕਰਮਾਂ ਵਾਲੀ ਬਣ ਗਈ। ਰਿਗਵੇਦ ਸਤਯੁਗ ਵਿੱਚ ਸੀ, ਯਜੁਰਵੇਦ ਤ੍ਰੇਤੇ 'ਚ, ਸਾਮਵੇਦ ਦੁਆਪਰ 'ਚ। ਸਤਯੁਗ ਦੇ ਲੋਕ ਤਪ ਕਰਦੇ ਸੀ, ਤ੍ਰੇਤੇ ਯੱਗ ਕਰਦੇ ਸੀ, ਦੁਆਪਰ 'ਚ ਦਾਨ ਕਰਦੇ ਸੀ। ਕਲਯੁਗ 'ਚ ਇਹਨਾਂ ਕਰਮਾਂ ਦੇ ਕਰਨ ਤੋਂ ਲੋਕ ਬਹੁਤ ਸੰਕੋਚ ਰਹੇ ਹੈ, ਨੀਚ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਹਨ। ਕਲਯੁਗ ਵਿੱਚ ਐਸਾ ਹੈ, ਮਾਇਆ ਮੋਹੀ ਮੇਦਨੀ, ਕਲ ਕਲ ਵਾਲੀ ਸਭ ਪਰਮਾਈ। ਉੱਠੀ ਗਲਾਨ ਜਗਤਰ ਵਿੱਚ ਹਉਮੈ, ਅੰਦਰ ਜਲੈ ਲੁਕਾਈ। ਕਿਉਂਕਿ ਮੇਦਨੀ ਸ੍ਰਿਸ਼ਟੀ ਨੂੰ ਮਾਇਆ ਨੇ ਬੋਲਿਆ। ਕਲਯੁਗ ਵਿੱਚ ਕਲ ਵਾਲੀ, ਝਗੜੇ ਵਾਲੀ ਕਿਰਿਆ ਹੈ। ਸਾਰੀ ਸ੍ਰਿਸ਼ਟੀ ਭਰਮੀ ਪਈ ਹੈ, ਜਿਹਦੇ ਕਰਕੇ ਸੰਸਾਰ 'ਚ ਬੜੀ ਗਲਾਨੀ ਪੈਦਾ ਹੋਈ ਹੈ। ਹਉਮੈ ਵਿੱਚ ਸ੍ਰਿਸ਼ਟੀ ਹੰਕਾਰ 'ਚ ਸੜ ਰਹੀ ਹੈ। ਨਤੀਜਾ ਕੀ ਹੋਇਆ? ਕੋਈ ਨਾ ਕਿਸੇ ਪੂਜਦਾ, ਊਚ ਨੀ ਸਭ ਗਤ ਵਿਸਰਾਈ। ਪਏ ਬੇਦਲੀ ਪਾਤਸ਼ਾਹ, ਕਲਕਾਤੀ ਉਮਰਾਵ ਕਸਾਈ। ਰਹਿਤ ਪਾਵਸ ਤ੍ਰਿਹ ਜੁਗੀ, ਚੌਥੇ ਯੁਗ ਜੋ ਦੇ ਸੋ ਪਾਈ। ਕਰਮ ਭ੍ਰਿਸ਼ਟ ਸਭ ਪਈ ਲੁਕਾਈ। ਕੋਈ ਦੂਸਰੇ ਨੂੰ ਮੰਨ ਨਹੀਂ ਰਿਹਾ। ਹਉਮੈ ਦਾ ਪ੍ਰਭਾਵ ਆ, ਆਪਣੀ ਮਨੌਤ ਕਰਦੇ ਆ। ਉੱਚੇ ਨੀਵੇਂ ਦਾ ਕੋਈ ਵਿਚਾਰ ਨਹੀਂ। ਦੇਸ਼ ਵਿੱਚ ਹੁਕਮਰਾਨ ਬੇਇਨਸਾਫੇ ਹੋ ਗਏ, ਜਿਹਦੇ ਕਰਕੇ ਕਲਯੁਗ 'ਚ ਬੇਇਨਸਾਫੀ ਦੀ ਕੈਂਚੀ ਨਾਲ ਬਾਦਸ਼ਾਹ ਦੇ ਜਿਹੜੇ ਕਰਿੰਦੇ ਆ, ਉਹ ਕਸਾਈ ਬਣੇ ਪਏ, ਜ਼ਾਲਮ ਬਣ ਕੇ ਜ਼ੁਲਮ ਕਰ ਰਹੇ ਆ। ਤਿੰਨਾਂ ਯੁਗਾਂ ਸਤਿਯੁਗ, ਤ੍ਰੇਤਾ, ਦੁਆਪਰ ਦਾ ਇਨਸਾਫ ਵਾਲਾ ਧਰਮ 'ਤੇ ਚਲੇ ਗਿਆ। ਚੌਥਾ ਯੁਗ ਕਲਯੁਗ ਕੋਈ ਕਿਸੇ ਨੂੰ ਦੇਵੇ ਅਥਵਾ ਕਰਮ ਕਰੇ, ਉਹਦਾ ਫਲ ਉਹੀ ਪਾਵੇ। ਇਹ ਸਾਰੀ ਸ੍ਰਿਸ਼ਟੀ ਸ਼ੁਭ ਕਰਮਾਂ ਤੋਂ ਹੀਣ ਹੋ ਗਈ ਹੈ। ਜਦੋਂ ਯੁੱਗ ਬਦਲਦਾ ਫਿਰ ਕੀ ਹੁੰਦਾ ਹੈ? ਜੋ ਕਰਦੀ ਜਬ ਹੋਵੇ ਉਲਟੇ ਯੁੱਗ, ਕਿਆ ਹੋਏ ਵਰਤਾਰਾ। ਭਾਈ ਸਾਹਿਬ ਪ੍ਰਸ਼ਨ ਕਰਕੇ ਆਪ ਹੀ ਦੱਸ ਰਹੇ ਆ। ਉੱਠੇ ਗਲਾਨ ਜਗਤ ਵਿੱਚ ਵਰਤੇ, ਪਾਪ ਭ੍ਰਿਸ਼ਟ ਸੰਸਾਰਾ। ਵਰਨਾ ਵਰਨਾ ਪਾਵਨੀ ਕਹਿ ਹੈ, ਜਲਨ ਬਾਂ ਸੰਗਿਆਰਾ। ਨਿੰਦਿਆ ਚੱਲੇ ਵੇਦ ਕੀ, ਸਮਝਣ ਨ ਅਗਿਆਨ ਗੁਵਾਰਾ। ਪ੍ਰਸ਼ਨ ਤਾਂ ਇਹ ਹੈ, ਜਦੋਂ ਯੁੱਗ ਬਦਲ ਜਾਂਦਾ ਜਗਤ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਹੁੰਦਾ। ਕਹਿੰਦੇ ਇੱਕ ਦੂਜੇ ਨਾਲ ਨਫ਼ਰਤ ਹੋ ਜਾਂਦੀ ਹੈ, ਪਾਪ ਕਰਮ ਹੋਣ ਲੱਗ ਪੈਂਦੇ ਆ, ਭ੍ਰਿਸ਼ਟਾਚਾਰ ਵੱਧ ਜਾਂਦਾ। ਇੱਕ ਦੂਜੇ ਨੂੰ ਇੱਕ ਦੂਜਾ ਚੰਗਾ ਨਹੀਂ ਲੱਗਦਾ। ਬੰਸਾਂ ਨੂੰ ਖਹਿ ਖਹਿ ਕੇ ਲੜ ਲੜ ਮਰਦੇ ਆ, ਜਿਵੇਂ ਬੰਸ ਸੜਦੇ ਆ। ਅਗਿਆਨਤਾ ਦੇ ਹਨੇਰੇ ਕਰਕੇ ਵਿਚਾਰ ਨਹੀਂ ਜਾਣਦੇ, ਚੰਗੇ ਕਰਮਾਂ ਦੀ ਨਿੰਦਿਆ ਕਰਦੇ ਆ, ਨੇਕ ਕਰਮਾਂ ਨੂੰ ਚੰਗਾ ਨਹੀਂ ਜਾਣਦੇ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲਗ ਭਵਜਲ ਪਾਰ ਉਤਾਰਾ। ਸਤਿਗੁਰ ਬਾਝ ਨ ਬੁਝੀਐ, ਜਿ ਚਰ ਧਰੇ ਨਾ ਪ੍ਰਭ ਅਵਤਾਰਾ। ਗੁਰ ਪਰਮੇਸ਼ਰ ਇੱਕ ਹੈ, ਸੱਚਾ ਸਭ ਜਗਤ ਵਣਜਾਰਾ। ਚੜੇ ਸੂਰ ਮਿਟ ਜਾਏ ਅੰਧਾਰਾ।
वेद ਗਿਆਨ ਉਪਦੇਸ਼ ਗ੍ਰੰਥ ਜਿਹੜੇ ਆ ਹਟਦੀ ਨਹੀਂ ਆਈਆਂ, ਜਿਨ੍ਹਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਸੰਸਾਰ ਤੋਂ ਪਾਰ ਹੋਈਦਾ ਆ। ਇਸ ਗੱਲ ਨੂੰ ਉਦੋਂ ਸਮਝਿਆ ਜਾਂਦਾ ਜਦੋਂ ਸੱਚਾ ਗੁਰੂ ਅਵਤਾਰ ਧਾਰ ਕੇ ਪ੍ਰਗਟ ਹੋਵੇ। ਗੁਰੂ ਜਿਹੜਾ ਨਿਰੰਕਾਰ ਦਾ ਸਰੂਪ ਆ, ਸੱਚਾ ਛਾਇਆ, ਜਗ ਦਾ ਬਣਜਾਰਾ, ਜਿਵੇਂ ਸੂਰਜ ਚੜ੍ਹਨਾ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਇਸ ਵਾਸਤੇ ਗੁਰੂ ਦੀ ਲੋੜ ਆ। ਬਾਜ ਗੁਰੂ ਅੰਧੇਰ ਹੈ, ਖਹਿ ਖਹਿ ਮਰਦੇ ਬਾਵਿਦ ਲੋਆ, ਵਰਤਿਆ ਪਬ ਜਗੱਤਰ ਦੇ ਧੌਲ, ਅੜੀੜਾ ਨਿਸ ਦਿਨ ਰੋਆ। ਬਾਜ ਦਇਆ ਬਲਹੀਣ ਹੋ, ਨਿਗਰ ਚਲੇ ਰਸਾਤਲ ਟੋਆ। ਸਤਿਗੁਰੂ ਬਿਨਾਂ ਅਗਿਆਨਤਾ ਦੇ ਹਨੇਰੇ ਕਰਕੇ ਲੋਕ ਆਪਸ ਵਿੱਚ ਝਗੜਦੇ ਆ, ਮਰਦੇ ਆ। ਸੰਸਾਰ 'ਚ ਪਾਪ ਬਹੁਤ ਵੱਧ ਗਿਆ। ਜਿਹਦੇ ਧਰਮ, ਜਿਸ ਧਰਮ ਕਰਕੇ ਸ੍ਰਿਸ਼ਟੀ ਨੇ ਖੜਨਾ ਸੀ, ਉਹ ਵੀ ਉਦਾਸ ਹੋ ਗਿਆ, ਰੋ ਰਿਹਾ। ਦਇਆ ਤੋਂ ਬਿਨਾਂ ਧਰਮ ਕਮਜ਼ੋਰ ਹੋ ਜਾਂਦਾ ਹੈ। ਧਰਮ ਤੋਂ ਬਿਨਾਂ ਲੋਕ ਨਰਕਾਂ ਦੇ ਟੋਏ ਡਿੱਗਦੇ ਆ। ਖੜਾ ਇੱਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ, ਥੰਮੇ ਕੋਈ ਨ ਸਾਧੂ ਸਾਧ ਨੂੰ ਦੱਸਿਆ ਜਗ ਵਿੱਚ ਕੋਆ। ਧਰਮ ਇਸ ਵਾਸਤੇ ਡਿੱਗਣ ਲੱਗਿਆ ਹੈ, ਇੱਕ ਪਾਰ ਤੇ ਪੈਰ ਤੇ ਰਹਿ ਗਿਆ, ਪਾਪਾਂ ਦੇ ਭਾਰ ਨਾਲ ਭਾਰਾ ਹੋ ਗਿਆ, ਕਿਉਂਕਿ ਉਹਨੂੰ ਸਾਧੂ ਗੁਰੂ ਤੋਂ ਬਿਨਾਂ ਕੋਈ ਸਹਾਰਾ ਨਹੀਂ ਦੇ ਸਕਦਾ। ਹੈਰਾਨੀ ਹੈ, ਸੰਸਾਰ 'ਚ ਐਸਾ ਕੋਈ ਥੰਮਣ ਵਾਲਾ ਸਾਧੂ ਨਜ਼ਰ ਨਹੀਂ ਆਉਂਦਾ। ਧਰਮ ਧੌਲ ਪੁਕਾਰੇ ਤਲੇ ਖੜੋ। ਧਰਮ ਦਾ ਧੌਲ ਜਿਹੜਾ ਧਰਤੀ ਥੱਲੇ ਖੜਾ ਪੁਕਾਰ ਪਾ ਰਿਹਾ, ਉਸ ਵੇਲੇ ਫਿਰ ਸਤਿਗੁਰਾਂ ਦਾ ਸੰਸਾਰ 'ਤੇ ਆਉਣਾ। ਧਰਮ ਰੂਪੀ ਬੈਲ ਜਿਹੜਾ ਸੁਣੀ ਪੁਕਾਰ ਦਾਤਾਰ ਪ੍ਰਭੂ ਗੁਰੂ ਨਾਨਕ ਜਗ ਮਾਹੀ ਪਠਾਇਆ। ਪਰਮੇਸ਼ਰ ਨੇ ਧਰਤੀ ਦੇ ਜੀਵਾਂ ਦੀ ਪੁਕਾਰ ਸੁਣੀ। ਗੁਰੂ ਸਾਹਿਬ ਜੀ ਨੂੰ ਸੰਸਾਰ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭੇਜਿਆ। ਸੁਣੀ ਪੁਕਾਰ ਦਾਤਾਰ ਪ੍ਰਭੂ ਗੁਰੂ ਨਾਨਕ ਜਗ ਮਾਹੀ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ। ਪਾਰਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਗ ਬਰਾਬਰੀ, ਪੈਰੀ ਪੂਰਨਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਵਾਇਆ। ਕਲ ਯੁਗ ਆਵੇ ਤਾਰਿਆ, ਸਤਿਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਸਤਿਗੁਰੂ ਜੀ ਨੇ ਸਿੱਖਾਂ ਨੂੰ ਪੌਲ ਦਿੱਤੀ। ਇੱਕ ਪਾਰ ਨੂੰ ਪਰਮੇਸ਼ਰ ਦੀ ਮਨੌਤ ਦੱਸੀ। ਧਰਮ ਦੇ ਚਾਰੇ ਪੈਰ ਸਤ, ਤਪ, ਦਇਆ ਦਾਨ, ਨਾਮ ਦਾਨ, ਇਸ਼ਨਾਨ, ਗਿਆਨ, ਇਹ ਕਾਇਮ ਕੀਤਾ। ਜਿਹੜੀ ਇੱਕ ਨਫ਼ਰਤ ਸੀ ਦੂਰ ਕੀਤੀ। ਚਾਰੇ ਵਰਨ ਬ੍ਰਹਮਣ ਖੱਤਰੀ ਵੈਸ਼ ਸ਼ੂਦਰ, ਇਹਨਾਂ ਨੂੰ ਇੱਕ ਅੰਗ ਦੱਸਿਆ। ਨੀਚ ਵੀ ਦੇ ਭਰਮ ਨੂੰ ਦੂਰ ਕਰਨ ਲਈ ਛੋਟੇ ਵੱਡੇ ਨੂੰ ਪੈਰੀ ਪੈਣਾ, ਨਿਮਰਤਾ ਨੂੰ ਮਿਲਣਾ, ਰਹਿਣਾ ਸਹਿਣਾ ਮਹਾਰਾਜ ਨੇ ਕਿਰਪਾ ਕੀਤੀ। ਮਹਾਰਾਜ ਨੂੰ ਉਲਟੀ ਖੇਡ ਕਰਤੀ। ਉੱਚੇ ਸਿਰ ਨੂੰ ਨਿਮਰਤਾ ਅਤੇ ਨੀਵੇਂ ਪੈਰਾਂ 'ਤੇ ਝੁਕਾਇਆ। ਇਹਨਾਂ ਨਿਯਮਾਂ ਸਤਿਗੁਰੂ ਜੀ ਨੇ ਸਤਿਨਾਮ ਦਾ ਉਪਦੇਸ਼ ਦੇ ਕੇ ਕਲਯੁਗ ਲੋਕਾਂ ਨੂੰ ਤਾਰਨ ਲਈ ਪ੍ਰਗਟ ਹੋਏ। ਧੰਨ ਸਤਿਗੁਰੂ ਜੀ ਦਾ ਅਵਤਾਰ ਕਾਤਿਕ ਸੂਦੀ ਪੁੰਨਿਆ ਸੰਮਤ 1526 ਬਿਕਰਮੀ ਮੁਤਾਬਕ ਸਨ 1469। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ, ਛਪੇ ਅੰਧੇਰ ਪਲੋਆ। ਸਿੰਘ ਭੁਕੇ ਮਿਰਗਾਵਲੀ ਪੰਨੇ ਜਾਏ ਨਾ ਧੀਰ ਤਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਸੰਥਾਪਨ ਸੋਆ। ਸਿੱਧਾਸਨ ਸਭ ਜਗਤ ਦੇ, ਨਾਨਕ ਆਦਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਇਆ, ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪਿਰਥਵੀ ਸੱਚਾ ਟੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਸਤਿਗੁਰ ਸੱਚੇ ਪਾਤਸ਼ਾਹ ਅਵਤਾਰ ਮਹਿਤਾ ਕਲਿਆਣ ਚੰਦਰ ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਔਰ ਸਤਿਗੁਰੂ ਜੀ ਦਾ ਅਵਤਾਰ ਸੀ। 1526 ਸੰਮਤ 1469 ਈਸਵੀ ਰਾਏਪੁਰ ਦੀ ਤਲਵੰਡੀ, ਜਿਹੜਾ ਆਪ ਜੀ ਦੇ ਨਾਂ ਨਾਲ ਨਨਕਾਣਾ ਸਾਹਿਬ ਪ੍ਰਸਿੱਧ ਹੋਇਆ, ਉੱਥੇ ਆਪ ਜੀ ਨੇ ਅਵਤਾਰ ਧਾਰਿਆ। ਸੰਸਾਰ ਜਿਹੜੀ ਅਗਿਆਨਤਾ ਦੀ ਪਾਪਾਂ ਦੀ ਧੁੰਦ ਛਾਈ ਸੀ, ਗੁਰੂ ਰੂਪੀ ਸੂਰਜ ਅਵਤਾਰ ਦੇ ਪ੍ਰਗਟ ਹੋਣ ਨਾਲ ਮਿਟ ਗਈ। ਗਿਆਨ ਦਾ ਚੰਨ ਸਾਰੇ ਉਹਦਾ ਫੈਲਾਅ ਹੋਇਆ। ਜਿਵੇਂ ਸੂਰਜ
ਚੜ੍ਹਨ ਤਾਰੇ ਛਿਪ ਜਾਂਦੇ ਆ, ਅੰਧੇਰਾ ਦੂਰ ਹੋ ਜਾਂਦਾ। ਸ਼ੇਰ ਦੀ ਪਵਕ ਨੂੰ ਹਰਨਾ ਦਾਰ ਜਿਵੇਂ ਦੌੜ ਜਾਂਦੀ ਹੈ। ਧੀਰੀ ਕਰ ਖੜੇ ਹੋਣ ਦਾ ਹੌਸਲਾ ਨਹੀਂ ਰਹਿੰਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜਦੋਂ ਸਤਿਨਾਮ ਦੀ ਗਰਜਨਾ ਕੀਤੀ, ਪਾਪ ਭੱਜ ਗਏ। ਜਿੱਥੇ ਮਹਾਰਾਜ ਚਰਨ ਪਾਉਂਦੇ ਆ, ਸਥਾਨ ਪੂਜਾ ਯੋਗ ਹੋ ਗਏ, ਧਰਮਸ਼ਾਲਾ ਬਣ ਗਈਆਂ ਔਰ ਗੁਰੂ ਦੇ ਨਾਂ ਨਾਲ ਪ੍ਰਸਿੱਧ ਹੋ ਗਏ। ਗੁਰਮਤਿ ਨਾਨਕ ਮਤਾ ਹੋ ਗਿਆ। ਹਰ ਥਾਂ ਸੰਗਤਾਂ ਸਤਸੰਗ ਧਰਮਾਂ ਬਣਾਈਆਂ, ਧਰਮਸ਼ਾਲਾ ਬਣਾਈਆਂ, ਕੀਰਤਨ ਹੁੰਦੇ ਆ, ਖੁਸ਼ੀਆਂ ਰਹਿਣੀਆਂ। ਚਾਰੇ ਕੁੰਠ 9 ਖੰਡ ਪ੍ਰਿਥਵੀ ਪਵਿੱਤਰ ਪ੍ਰਦੇਸ਼ਾਂ ਨਾਲ ਹਾਂਜੀ ਮਿਲਾ ਕੇ ਤਾਰਿਆ। ਕਲਯੁਗ ਪਰਮੇਸ਼ਰ ਦੇ ਅਵਤਾਰ ਧੰਨ ਗੁਰੂ ਨਾਨਕ ਪ੍ਰਗਟ ਹੋਏ। ਇਸ ਵਾਸਤੇ ਭਾਈ ਵਾਲੇ ਵਾਲੀ ਜਿਹੜੀ ਪ੍ਰਸਿੱਧ ਜਨਮ ਸਾਖੀ ਹੈ, ਗੁਰੂ ਅੰਗਦ ਸਿੰਘ ਨੇ ਪੈੜੇ ਮੌਕੇ ਤੋਂ ਲਿਖਾਈ ਹੈ। ਸੰਮਤ 1692 'ਚ ਭਾਈ ਵਾਲੇ ਦੇ ਰਸਨਾ ਤੋਂ ਲਿਖਾਈ। ਉਹਦੇ 'ਚ ਆਪ ਜੀ ਦਾ ਅਵਤਾਰ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਲਿਖਿਆ। ਇਸੇ ਕਰਕੇ ਉਦੋਂ ਤੋਂ ਇਹੀ ਦਿਨ ਮਨਾਇਆ ਜਾਂਦਾ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ। ਤੇ ਮਹਾਰਾਜ ਦੇ ਜਨਮ ਸਮੇਂ ਦੇ ਕਿਸ ਤਰ੍ਹਾਂ ਦੇ ਲੱਛਣ ਹੈ। ਜਦੋਂ ਮਹਾਰਾਜ ਦਾ ਅਵਤਾਰ ਹੋਇਆ, ਪੰਡਤ ਹਰਦਿਆਲ ਜੀ ਆਪ ਦੀ ਜਨਮ ਪੱਤਰੀ ਬਣਾਉਣ ਲੱਗਾ। ਦੌਲਤਦਾਈ ਨੂੰ ਪੁੱਛਿਆ, ਹੁਣ ਦੱਸਿਆ ਕਿ 2-4 ਗੱਲਾਂ ਦੇਖੀਆਂ। ਇੱਕ ਤਾਂ ਬਾਲਕਾਂ ਵਾਂਗ ਰੋਏ ਨੇ, ਖਿੜ ਕੇ ਹੱਸੇ। ਦੂਜਾ ਕੋਠੜੀ 'ਚ ਪ੍ਰਕਾਸ਼ ਹੋ ਗਿਆ ਜਿਵੇਂ ਚੰਦ ਚੜ੍ਹਦਾ। ਸੁਗੰਧੀਆਂ ਬੜੀਆਂ ਜਿਵੇਂ ਕੋਈ ਦਿਵ ਰੂਹਾਂ ਉੱਥੇ ਹਾਜ਼ਰ ਹੋਈਆਂ, ਜਿਵੇਂ ਕਮਰਾ ਭਰਿਆ ਆ। ਸਾਰੇ ਅੰਗ ਚੈਨ ਚੱਕਰ ਦੇਖ ਕੇ ਕਹਿਣ ਲੱਗਾ, ਮਹਿਤਾ ਜੀ ਇਸ ਕੋ मानेगा दो, हिंदू तुर्क सिख हुए को। इसके चरण पोत की न्याय, पार परें परमार्थ पाएं। संगत करें तरें पव सागर, सगल जगत में हुए अजागर। बहुत नरन को करें उदारा, नाम भगत दे दान उदारा। ये नानक प्रकाश बचन लिखे है। बाल लीला ते जन्म तो ही परमेश्वर स्वरूप सके। ਬਾਲ ਚੋਲਿਆਂ ਤੋਂ ਪ੍ਰਗਟ ਹੁੰਦਾ ਕਿ ਮਹਾਨ ਸ਼ਕਤੀਆਂ ਦੇ ਮਾਲਕ ਸੀਗੇ। ਬਾਲਕਾਂ ਨਾਲ ਖੇਡਦੇ ਸੀ। ਉੱਥੇ ਆਪਦੀ ਜਾਚ ਨਨਕਾਣੇ ਸਾਹਿਬ ਗੁਰਦੁਆਰਾ ਬਾਲ ਲੀਲਾ। ਇੱਕ ਦਿਨ ਮਾਤਾ ਜੀ ਨੇ ਚੂਰੀ ਕੁੱਟ ਕੇ ਦਿੱਤੀ। ਚੂਰੀ ਵਾਲਾ ਕੌਲ ਲੈ ਕੇ ਬਾਲਕਾਂ ਖੇਡਣ ਲੱਗਾ। ਚੂਰੀ ਬਾਲਕਾਂ 'ਚ ਵੰਡ ਕੇ ਛਕ ਲਈ, ਕੌਲ ਪਰੇ ਸੁੱਟ ਕੇ ਖੇਡਦੇ ਰਹੇ। ਜਦੋਂ ਵਾਪਸ ਆਏ, ਮਾਤਾ ਨੇ ਪੁੱਛਿਆ ਕੌਲ ਕਿੱਥੇ? ਹੱਸ ਕਹਿੰਦੇ ਕਿ ਮਾਤਾ ਜੀ ਬਾਲਕਾਂ ਨਾਲ ਖੇਡਦੇ ਸੀ। ਤੇ ਮਾਤਾ ਜੀ ਜਦੋਂ ਗੁੱਸੇ ਨੂੰ ਵੇਖਿਆ, ਨਜ਼ਰ ਨੀਵੀਂ ਕਰ ਲਈ। ਫੇਰ ਭੋਲੇ ਪਾਚੇ ਨੂੰ ਦੇਖ ਕੇ ਮਨ ਮੋਇਆ ਗਿਆ। ਕੁਛੜ ਦੇ ਪਿਆਰ ਨਾਲ ਸਮਝਾਇਆ, ਚੀਜ਼ਾਂ ਬਾਹਰ ਨਹੀਂ ਸੁੱਟੀ ਦੀਆਂ। ਇਸ ਤਰ੍ਹਾਂ ਗੁਰੂ ਘਰ ਦੀਆਂ ਕਈ ਚੀਜ਼ਾਂ ਬਾਹਰ ਬਾਲਕਾਂ ਨੂੰ ਦਿੰਦੇ ਸੀ ਜਾਂ ਗਰੀਬਾਂ ਨੂੰ ਵੰਡੀਆਂ ਸੀ, ਬਣ ਦਿੰਦੇ ਸੀ। ਜਿਹਦੇ ਘਰ ਮਹਿਤਾ ਕਲਿਆਣ ਚੰਦ ਜੀ ਮਾਤਾ ਜੀ ਪੰਡਤ ਹਰਦਿਆਲ ਨੂੰ ਗੁਲਾਮੇ ਦੇਣੇ ਕਿ ਤੂੰ ਕਿਹਾ ਸੀ ਇਹ ਘਰ ਦਾ ਸਾਰੂ ਹੈ ਤਾਂ ਜਾੜੂ। ਪੰਡਤ ਜੀ ਕਹਿਣ ਲੱਗੇ, ਮਹਿਤਾ ਜੀ ਉਡੀਕ ਕਰੋ, ਜੋ ਦੱਸਿਆ ਠੀਕ ਹੈ, ਸਮਾਂ ਆਏਗਾ ਪਤਾ ਲੱਗੇਗਾ। ਫਿਰ ਗੋਪਾਲ ਪਾਦੇ ਕੋਲ ਪੜ੍ਹਨ ਪਾਉਣਾ। ਜਦੋਂ ਕੌਤਕ ਕਰਦੇ 6 ਸਾਲਾਂ ਦੇ ਹੋਏ, ਫਿਰ ਮਹਿਤਾ ਜੀ ਨੇ ਕਿ ਮਨੀਮੀ ਕੰਮ ਸਿੱਖਣ ਲਈ, ਲੇਖਾ ਪੁੱਤਣ ਲਈ ਪਾਦੇ ਕੋ ਬਿਠਾਇਆ। ਮਨੀਮੀ ਪੜ੍ਹਦੇ ਰਹੇ। ਤੇ ਇੱਕ ਦਿਨ ਪਾਦੇ ਨੇ ਕਿਹਾ ਪੱਟੀ ਲਿਖ ਕੇ ਦਿਖਾਓ। ਪੱਟੀ ਲਿਖ ਕੇ ਦਿਖਾਈ। ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਸੱਸਾ ਸੋਏ ਸ੍ਰਿਸ਼ਟੀ ਸਾਜੀ ਸਭਨੋਂ ਸਾਹਿਬ ਇੱਕ ਪਿਆ। ਸੇਵਤ ਰਹੇ ਚਿਤ ਜਨ ਕਾ ਲਗਾਇਆ, ਤਿਨ ਕਾ ਸਫਲ ਪਿਆ। ਮਨ ਕਾਹੇ ਭੂਲੇ ਮੂੜ ਮਨ, ਜਬ ਲਿਖਾ ਦੇਵੇ ਵੀਰਾ ਤੋ ਪੜਿਆ ਰਹੋ। ਇੱਥੇ ਮਹਾਰਾਜ ਦੀ ਯਾਦ 'ਚ ਗੁਰਦੁਆਰਾ ਪੱਟੀ ਸਾਹਿਬ ਬਣਿਆ। ਇਹ ਸਾਰੀ ਪੱਟੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 432 ਅੰਗ 'ਤੇ ਲਿਖੀ। ਫਿਰ ਪਾਦੇ ਨੂੰ ਉਪਦੇਸ਼ ਦਿੱਤਾ। ਉਹ ਬੜਾ ਹੈਰਾਨ ਹੋਇਆ, ਤੇਰਾ ਲਿਖਣਾ ਠੀਕ ਹੈ, ਪਰ ਖੱਤਰੀ ਪੁੱਤਰਿਆਂ ਤੈਨੂੰ ਲੇਖੇ ਜੋਖੇ ਪੜ੍ਹਨੇ ਚਾਹੀਦੇ।
उन्नति करें सुख पाएगा। लेखा सीखना धन पदा कमाना, परिवार भी सुखी करेंगे, इज्जत भी बढ़ेगी, रिश्तेदारों को सत्कार मिलेगा। पातशाह कहते पादा जी ये लिखे सीख के मैं धन पदार्थ जरूर कमा लाँगा, अगे दरगाह च की बनेगा। इस वास्ते सानू वो लेखा सीखना चाहिए जड़ा लोक परलोक च काम आवे। कहते ऐसा लेखा केड़ा लगे काम आउंदा। फिर आप जी ने कृपा की, जाल मोह कस मस कर, मत कागद कर सार, पाओ कलम कर चित लिखारी, गुरपुछ लिख विचार, लिख नाम सलाह लिख, लिखंतना पारावार, बाबा यो लेखा लिख जान, जिथे लेखा मंगिया तिथे होए सच्चा निशान रहो। कहते पादा जी संसार का जड़ा है हाँ जी वो ममता इनू फाड़ के स्याही करो, श्रेष्ठ बुद्धि कागज बनाओ, उहदे ते प्रेम की कलम ना अपने मन में लिखण वाला करके पवित्र उपदेश लिखो, नाम की महिमा लिखो और बेअंत बार लिखते जाओ। पादा ही लेखा लिखना सीख लो, फिर तुहानू देखे देने की लोड़ पाएगी, उत्थे सच्चा परवाना तुहाडे कोल होएगा। ये श्रेष्ठ उपदेश सुन के पादे ने नमस्कार की। बालक तो कोई चमत्कारी बड़ा पुरुष है, इनू मैं नहीं पढ़ा सकता, मेरे च इनू पढ़ाने की कोई शक्ति नहीं। फिर पंडित बिरज लाल को पढ़न पाया गया, इत्थों छुट्टी मिल गई गोपाल तो। फिर कहते हुण वेदां शास्त्रां संस्कृत पढ़ानी ठीक है। फिर मेहता जी ने बिरज लाल को पढ़न पाता, प्रेम न पढ़ाता रहा, पढ़ते रहे। कहते हुण ये भी काम पूरा हो गया। फिर छुट्टी कर कहते घर च अखां मीट के बैठे रहते, कभी बालकां नाल खेडण चल जाते। फिर कई बारी वो गीत आदकां तो पढ़ के पंडित नूं सुना देंदे, पंडित दा भुलेखा निकल जाए। सब सलोकी गीता। एक दिन बालकां च पंडितां में बैठ के पाठ कर रहे थे, उधरों मेहता जी आया, कहते की करते हैं, खुश हुए। कहते बालकों नूं की सुना रहे हैं, मैनूं भी सुनाओ। बारे कहते मैं 7 श्लोक गीता पढ़ रहे हैं। 7 श्लोक पढ़ के सुनाए, अर्थ करके दसे। कहते कृष्ण जी ने अपने भगत अर्जुन 7 श्लोकों में दे दिता है कि अर्जुन ओंकार जो वेद का पहला अखर है, ये परम पूर्ण पर ब्रह्म का नाम। जे कोई ओंकार जाप करेगा और उसका ध्यान करेगा, वो देह त्याग के परम धाम नूं मिलेगा। सारे समय उसका प्रकाश है, तो वह प्रकाश युगां दे आद अंत मध विच एक सारिया। इस वास्ते अर्जन जिहड़े मेरे प्रेमी कथा के प्रेम करते हैं, दूसरों सुना के पवित्रता देंदे हैं। जिहड़े सुनते प्रेम मैं उन्हें रखा करदा। जिहड़ा मेरा भगत पक्के यकीन सत आनंद जान के बादशाह रुख सिमरन करदा, मैं परमात्मा की राखी करता है। ये पंडित बिरज लाल ने भी देख लिया। फिर तो कोई अगमी खेल है। फिर मुलां पास फारसी अरबी पढ़न पाया। तो जो फिर मेहता साहब माता जी ने गुरु नानक साहब तो भजन मुराद सुने, फिर चंगा गुण ग्रहण कर लिया बिरज लाल तो। फिर शाह हुए इन्होंने ऐसा कि माया खटन कौन जोगे हूँ। फिर विचार करके राय बलार ने विचार किया। फिर फारसी पढ़न बोला मौलवी के कोल कुतुबदीन को पढ़न वास्ते भेजा। तो उत्थे मनीमी वगैरह पद सकल वेद शास्त्र पंडित तो पढ़ लै। सरकारी नौकरी फारसी पढ़नी जरूरी है। फिर फारसी पढ़ ली, बहाल दिता। फिर वो पंडित जड़ा मौलवी से पढ़ाता रहा। जो कोई समा बीतिया, इतों छुट्टियां कौतुक करा चलिया। मुला ने पूछा अज पढ़ते नहीं? पातशाह कहते मरना मुला मरना पी करतार में डर न रहो। ता तू मुला ता तू काजी जाने न खुदाई। ये वो तेरा पढ़िया हुआ को रह न परिया पाई। हे मौलवी जी, एक दिन मरना है, वो परमात्मा तो डरना चाहिए, वह सिमरन करना चाहिए।
मैं ਉਹਦੇ ਭੈ 'ਚ ਹਾਂ। ਤੁਸੀਂ ਵੀ ਬੁੱਲਾਂ ਕਾਜੀ ਤਾਂ ਹੀ ਖਾ ਸਕਦੇ ਹਾਂ ਜੇ ਰੱਬ ਦੇ ਨਾਂ ਦਾ ਸਿਮਰਨ ਕਰੋ, ਉਹਨੂੰ ਹਾਜ਼ਰ ਜਾਣੋ। ਪੜ੍ਹਿਆ ਕਿੰਨਾ ਹੋਵੇ ਪਰ ਜਦ ਸਵਾਸਾਂ ਦੀ ਪੜੋਪੀ ਜਿਹੜੀ ਪਾਈ ਭਰ ਜਾਂਦੀ ਹੈ ਅਤੇ ਉਹਨੂੰ ਦੁਨੀਆ ਤੋਂ ਜਾਣਾ ਪੈਂਦਾ। ਇਹ ਲਈ ਪਰਮੇਸ਼ਰ ਨਾਮ ਜਪਣਾ ਚਾਹੀਦਾ। ਬੁੱਲਾਂ ਨੇ ਵੀ ਜਦ ਵਿਚਾਰ ਸੁਣੇ ਇਹ ਤਾਂ ਕੋਈ ਇਲਾਹੀ ਹੈ ਅਤੇ ਇਹਨਾਂ ਹੋਰ ਬਾਲਕਾਂ ਨੂੰ ਪੜ੍ਹਾਉਣਾ ਸਿਆਣਪ ਨਹੀਂ। ਬਾਹਰ ਫਿਰ ਗੱਲਾਂ ਕਰਦੇ ਕਿਸੇ ਦਿਨ ਜ਼ਰੂਰ ਇਹ ਆਪਣੀ ਖੇਡ ਪ੍ਰਗਟ ਕਰਨਗੇ। 6 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਤਾਈਂ 3 ਸਾਲ ਪੜ੍ਹਦੇ ਹਿੰਦੀ ਅੱਖਰ ਟਾਕਰੇ ਅਤੇ ਲੇਖਾ ਪੋਤਾ ਸਿੱਖਿਆ। ਫਿਰ 3 ਸਾਲ ਪੰਡੂ ਸੰਸਕ੍ਰਿਤ ਪੜ੍ਹ ਕੇ ਵੇਦਾਂ ਗਿਆਨ ਪ੍ਰਾਪਤ ਕੀਤਾ। 3 ਸਾਲ ਬੁੱਲਾਂ ਕੁਤਬਦੀਨ ਕੋ ਰਾਜ ਭਾਸ਼ਾ ਫਾਰਸੀ ਪੜ੍ਹ ਕੇ ਵਿਦਿਆ ਨਿਪੁੰਨ ਕੀਤਾ। ਵਿਹਾਰ ਸਿੱਖਿਆ ਵਿਦਿਆ ਦੇ ਨਾਲ ਅਧਿਆਤਮਿਕ ਵਿਚਾਰਾਂ ਨੂੰ ਜਾਰੀ ਰੱਖਿਆ। ਨਾਮ ਸਿਮਰਨ ਇਸ ਰੂਪ ਦਾ ਧਿਆਨ ਲੱਗੇ ਰਹਿੰਦੇ ਸੀ। ਪੜ੍ਹਦੇ ਪੰਡਤ ਬੁੱਲਾਂ ਜਦੋਂ ਵਿਚਾਰ ਹੁੰਦੀ ਪਰਮੇਸ਼ਰ ਨਾਮ ਦੀ ਮਹਿਮਾ ਬੁਰਾਈ ਦਾ ਤਿਆਗ ਇਹ ਹੀ ਦੱਸਦੇ ਸੀ। ਤਿੰਨਾਂ ਸਾਧਾਂ ਨੂੰ ਵਿਹਾਰਕ ਵਿਦਿਆ ਸਿੱਖੀ ਔਰ ਇਹਨਾਂ ਤਿੰਨਾਂ ਨੂੰ ਅਧਿਆਤਮਿਕ ਵਿਦਿਆ ਸਿਖਾਈ। ਫਿਰ ਜਿਹਨੇ ਉਭਾਰੇ ਫਿਰ ਮਹਿਤਾ ਜੀ ਨੇ ਇਸ ਕਰਕੇ ਪੰਡਤ ਹਲਿਆਲ ਨੂੰ ਕਿਹਾ ਕਿ ਨਾਨਕ ਨੂੰ ਖੱਤਰੀ ਧਰਮ ਦੀ ਮਰਜ਼ਾਦਾ ਅਨੁਸਾਰ ਜੰਝੂ ਪਹਿਨਾਓ। ਸਾਰੀ ਤੜਕੇ ਜਦੋਂ ਜੰਝੂ ਪਾਉਣ ਲੱਗਾ ਕਹਿੰਦੇ ਕੀ ਲਾਭ ਹੈ ਇਹ ਕਿਉਂ ਪਾ ਜਾਂਦਾ। ਕਹਿੰਦੇ ਭਾਈ ਜੰਝੂ ਪਹਿਨਣਾ ਖੱਤਰੀ ਕੁਲ ਦੀ ਰੀਤੀ ਹੈ। ਇਸ ਤਰ੍ਹਾਂ ਪਰੰਪਰਾ ਚੱਲੀ ਆਉਂਦੀ ਹੈ। ਇਹ ਤੋਂ ਬਿਨਾਂ ਖੱਤਰੀ ਬ੍ਰਾਹਮਣ ਨੂੰ ਸ਼ੂਦਰ ਗਿਣਿਆ ਜਾਂਦਾ। ਇਹ ਪ੍ਰਲੋਕ ਸਹਾਇਤਾ ਕਰਦਾ। ਬਾਹਰ ਕਹਿੰਦੇ ਸਵੇਰ ਜਿਹੜਾ ਸੂਰ ਦਾ ਤਾਕਤ ਸਰੀਰ ਨੇ ਸੜ ਜਾਂਦਾ ਪ੍ਰਲੋਕ 'ਚ ਕਿਵੇਂ ਸਹਾਇਤਾ ਕਰੇਗਾ। ਫਿਰ ਮਹਾਰਾਜ ਨੇ ਕਿਰਪਾ ਕੀਤੀ। ਸ਼ਲੋਕ ਮਹੱਲਾ ਪਹਿਲਾ ਚੌਕੜ ਬੁਲਾਉਣ ਆਇਆ ਵੈ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣ ਥਿਆ ਉਹ ਮੁਆ ਚੜ੍ਹ ਪਿਆ ਬੇਤਗਾ ਗਿਆ। ਕਹਿੰਦੇ ਚੌਕੜ 4 ਤਿੰਨ ਦਾ ਬਣਿਆ ਧਾਗਾ 4 ਕੋਡੀਆਂ ਤੋਂ ਖਰੀਦ ਲਿਆ। ਚੌਂਕੇ 'ਚ ਬਹਿ ਗਏ ਬੰਦੇ ਦੇ ਗਲ ਪਾ ਕੇ ਕੰਨ ਵਿੱਚ ਸਿੱਖਿਆ ਦੇਣ ਕਰਕੇ ਉਹਦਾ ਗੁਰੂ ਬ੍ਰਾਹਮਣ ਹੋ ਗਿਆ। ਜਦੋਂ ਪ੍ਰਾਣੀ ਮਰ ਜਾਂਦਾ ਉਹ ਸੂਤਕ ਦਾ ਜਿਹਨੇ ਉਹਦੇ ਗਲ ਵਿੱਚੋਂ ਡਿੱਗ ਜਾਂਦਾ ਲੈ ਜਾਂਦਾ। ਪ੍ਰਾਣੀ ਜੰਝੂ ਇਹਨਾਂ ਦਰਗਾਹ ਜਾਂਦਾ। ਫਿਰ ਪ੍ਰਲੋਕ ਸਹਾਈ ਕਿਵੇਂ ਹੋਏਗਾ। ਭਾਸ਼ਾ ਨੇ ਜੰਝੂ ਪਾਉਣਾ ਅਤੇ ਇਸ ਤਰ੍ਹਾਂ ਦਾ ਪਾ। ਸ਼ਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਿਹਨੇ ਉਹ ਜੀ ਕਾਹੀ ਤਾਂ ਪਾਂਡੇ ਖਤ ਨਾ ਟੁੱਟਾ ਨਾ ਮਨ ਲੱਗਾ ਨਾ ਹੋਏ ਇਹੋ ਜਿਹਾ ਲੈਣ ਜਾਏ ਧਨ ਸੁਮਨ ਨਾਨਕਾ ਜੋ ਗੱਲ ਚੱਲੇ ਪਾਏ। ਕਹਿੰਦੇ ਦਇਆ ਦੀ ਤਾਂ ਕਪਾਹ ਹੋਵੇ ਸੰਤੋਖ ਦਾ ਸੂਤ ਜਤ ਦੀਆਂ ਗੰਢਾਂ ਸੱਤ ਦਾ ਬਾਟਾ ਚੜਾਓ। ਜੇ ਇਸ ਤਰ੍ਹਾਂ ਕੁਝ ਨਹੀਂ ਹੈ ਪਾ ਦਿਓ। ਇਹ ਜਿਹਨੂੰ ਨਾ ਮੈਲਾ ਹੋਵੇਗਾ ਨਾ ਟੁੱਟੇਗਾ ਨਾ ਸੜੇਗਾ ਨਾ ਗੁਆਚੇਗਾ। ਹਾਂਜੀ ਕਹਿੰਦੇ ਪੰਡਤਾ ਉਹ ਪੁਰਖ ਧਾਨਿਆ ਜਿਹੜੇ ਐਸਾ ਜੰਝੂ ਪਾਉਂਦੇ ਆ ਪ੍ਰਲੋਕ ਜਾਂਦੇ ਆ। ਫਿਰ ਕਹਿਣ ਲੱਗੇ ਨਾਇ ਮੰਨੇ ਪਤੂ ਪਜਾ ਸਾਲਾ ਹੀ ਸੱਚ ਸੂਤ ਦਰਗ ਅੰਦਰ ਪਾਈਏ ਤਾਗ ਨਾ ਟੁੱਟ ਸਪੂਤ। ਪਰਮੇਸ਼ਰ ਦਾ ਨਾਮ ਮੰਨਣ ਨਾਲ ਬੰਦੇ ਨੂੰ ਵਡਿਆਈ ਮਿਲਦੀ ਹੈ। ਉਹਦੀ ਸਿਫਤ ਸਲਾਹ ਹੈ ਸੱਚਾ ਸੂਤ ਦਾ ਜੰਝੂ। ਇਹ ਪਵਿੱਤਰ ਜੰਝੂ ਕਦੇ ਟੁੱਟਦਾ ਨਹੀਂ। ਦਰਗਾਹ 'ਚ ਇਹਨੂੰ ਤਾਰਨ ਸਰਕਾਰ ਮਿਲਦਾ। ਇਹ ਪਵਿੱਤਰ ਰੁਪਏ ਸੁਣ ਕੇ ਸਾਰੇ ਸਾਧ ਪੰਡਤ ਗੁਰੂ ਦੀ ਵਸਤਕਾਰ ਦੇ ਲੰਗਰ ਪਾਣ ਘਰੋਂ ਘਰੀ ਚਲੇ ਗਏ। ਫਿਰ ਮੱਝਾਂ ਚਾਰਨ ਦੀ ਸੇਵਾ ਦਿੱਤੀ। ਤੁਹਾਨੂੰ ਗੁਰੂ ਨਾਨਕ ਸਾਹਿਬ ਇਹ ਜੀਵ ਭਰਮਾਂ 'ਚ ਪਏ ਸੀ ਅਤੇ ਇਸ ਕਰਕੇ ਫਿਰ ਮਹਾਰਾਜ ਬੋਲਦੇ ਜਦ ਘੱਟ ਸੀ। ਜਿੱਥੇ ਬੈਠੇ ਰਹਿਣ ਲੰਮੇ ਪੈਣ ਪੈ ਰਹਿਣ ਖਾਣਾ ਪੀਣਾ ਛੱਡਤਾ ਬੋਲਣਾ ਬੰਦ ਕਰ ਆਪਣੇ ਆਨੰਦ 'ਚ। ਅਤੇ ਮੈਂ ਤੁਹਾਨੂੰ ਦਇਆ ਦੇਖ ਕੇ ਫਿਰ ਬਹੁਤੀ ਇਹ ਪੜ੍ਹਾਈ ਲਾਇਆ ਸੀ ਅਤੇ ਹੁਣ ਕਿਸੇ ਕੰਮ ਲਾਈਏ ਜਿੱਥੇ ਨੂੰ ਬਹੁਤਾ ਦਿਮਾਗੀ ਜ਼ੋਰ ਦਾ ਕੰਮ ਨਾ ਕਰਨਾ ਪਏ ਰੁਝੇ ਵੀ ਰਹਿਣ। ਫਿਰ ਮਹਿਤਾ ਜੀ ਨੇ ਮਹਾਰਾਜ ਨੂੰ ਕਿਹਾ ਮੱਝਾਂ ਚਾਣ ਬਾਹਰ ਜੂਝ ਲੈ ਜਾ ਕਰੋ। ਇਸ ਤਰ੍ਹਾਂ ਤੇਰਾ ਦਿਲ ਲੱਗਾ ਰਹੇਗਾ ਉਦਾਸੀ ਹਟ ਜਾਏਗੀ। ਪਿਤਾ ਬਚਨ ਮੰਨ ਕੇ ਮੱਝਾਂ ਬਾਹਰ ਚਾਰਨ ਚਲੇ ਗਏ। ਇੱਧਰ ਕਿਸੇ ਕਿਸਾਨ ਦੀ ਖੇਤੀ ਚੱਲਦੀ। ਜਦੋਂ ਮੱਝਾਂ ਚਾਰਨ ਲੰਘ ਗਿਆ ਉਹਦੀ ਹਰੀ ਭਰੀ ਖੇਤੀ ਖਾ ਲਈ ਮੱਝਾਂ ਨੂੰ। ਨੁਕਸਾਨ ਦੇਖ ਕੇ ਬਹੁਤ ਖਲ ਪਿਆ। ਰਾਜ ਕੋਲ ਬਲਾਰ ਕੋ ਫਰਿਆਦ ਕੀਤੀ ਤੁਹਾਡੇ ਪਟਵਾਰੀ ਦੇ ਸੁਪੁੱਤਰ ਨੇ ਮੱਝਾਂ ਮੇਰਾ ਖੇਤ ਉਜਾੜਿਆ। ਅਤੇ ਰਾਜ ਨੂੰ ਪੁੱਛਿਆ ਕਿ
ਵੀ ਖੇਤ ਉਜਾੜਿਆ। ਮਹਾਰਾਜ ਕਹਿੰਦੇ ਤੁਸੀਂ ਬੰਦਾ ਭੇਜ ਕੇ ਦੇਖ ਲਓ ਖੇਤ ਉਜੜਿਆ ਕਿ ਨਹੀਂ। ਰਾਏ ਬੁਲਾ ਨੇ ਇਨਸਾਫ ਕਰਨ ਵਾਸਤੇ ਜਦੋਂ ਉਹ ਜ਼ਿਮੀਂਦਾਰ ਦਾ ਉਜੜਿਆ ਖੇਤ ਦੇਖਣ ਲਈ ਭੇਜਿਆ, ਹੁਣ ਦੱਸਿਆ ਵੀ ਝੂਠ ਮਾਰਦਾ, ਖੇਤ ਦਾ ਤੇ ਇੱਕ ਪੱਤਾ ਵੀ ਕਿਸੇ ਪਸ਼ੂ ਨੇ ਨਹੀਂ ਖਾਧਾ। ਮੈਂ ਚੰਗੀ ਤਰ੍ਹਾਂ ਫਿਰ ਤੁਰ ਕੇ ਦੇਖ ਗਿਆ। ਰਾਏ ਬੁਲਾ ਜ਼ਿਮੀਂਦਾਰ ਝੂਠਾ ਕਿਹਦਾ, ਵਿਅਰਥ ਝੂਠੀ ਤੂੰ ਸ਼ਿਕਾਇਤ ਕਰ ਰਿਹਾ। ਸਾਰੇ ਹੈਰਾਨ ਹੋ ਗਏ। ਫਿਰ ਸਰਪ ਨੇ ਛਾਇਆ ਕਰਨੀ। ਇੱਕ ਦਿਨ ਮਹਾਰਾਜ ਦਰਖਤ ਦੇ ਬਰਾਜੇ ਸੀ। ਸੂਰਜ ਢਲ ਗਿਆ, ਧੁੱਪ ਆ ਗਈ ਚਿਹਰੇ ਤੇ ਦੇਵਨਾਥ ਨੂੰ ਇੱਕ ਚਿੱਟੇ ਰੰਗ ਦਾ ਸੱਪ ਫਨ ਖਿਲਾਰੀ ਇੱਕ ਪਾਸੇ ਮਹਾਰਾਜ ਚਿਹਰੇ ਛਾਂ ਕਰਕੇ ਬੈਠਾ ਜੀ। ਰਾਏ ਬੁਲਾ ਦੇਖ ਕੇ ਦੇਖਿਆ ਤੇ ਅਲੋਪ ਹੋ ਗਿਆ। ਮਹਾਰਾਜ ਮੋਹ ਚ ਬਰਾਜੇ। ਰਾਏ ਬੁਲਾ ਨੇ ਜਾਣ ਲਿਆ ਫਿਰ ਤਾਂ ਪੂਰਨ ਅਵਤਾਰ ਆ। ਲੋਕਾਂ 'ਚ ਗੱਲ ਪ੍ਰਗਟ ਹੋ ਗਈ। ਇਹ ਗੁਰਦੁਆਰਾ ਦਾ ਨਾਮ ਮਾਲ ਜੀ ਹੈ। ਫਿਰ ਸੱਚੀ ਖੇਤੀ ਕਿਰਸਾਨੀ ਮਹਾਰਾਜ ਨੂੰ ਚਿੰਨ੍ਹਦੇ ਸੀ ਅਤੇ ਮੈਂ ਤਾਂ ਅਲਾਮੀਆਂ ਗੱਲਾਂ ਤੋਂ ਘਬਰਾਉਂਦਾ ਸੀ। ਕਦੀ ਜ਼ਿਮੀਂਦਾਰ ਖੇਤ ਦਾ ਲਾਵਾਂ, ਕਦੀ ਮੱਝਾਂ ਛੱਡ ਕੇ ਸੌ ਜਾਣਾ। ਸੱਪ ਨੇ ਸਿਰ 'ਤੇ ਬੈਠਣ ਦੀਆਂ ਗੱਲਾਂ ਲੋਕ ਕਰਨ। ਪਿਤਾ ਕਹਿੰਦੇ ਤੇਰਾ ਜੀ ਮੱਝਾਂ ਚਾਰਨ ਨਹੀਂ ਕਰਦਾ ਨਾ, ਫੇ ਖੇਤੀ ਦਾ ਹੀ ਕੰਮ ਕਰ ਲਾ, ਤੈਨੂੰ ਉਹ ਸਮਾਨ ਸਾਰਾ ਲੈ ਦਿੰਦੇ ਹਾਂ। ਮਹਾਰਾਜ ਕਹਿੰਦੇ ਹਾਂਜੀ ਉਹ ਫਸਲ ਬੀਜੋ ਜਿਹੜੀ ਕੰਮ ਆਵੇ। ਕਹਿੰਦੇ ਉਹ ਕਿਹੜੀ ਹੈ? ਸੋਰਠ ਮੱਲਾ ਪਹਿਲਾ ਮਨ ਵਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰਾਹ ਗਰੀਬੀ ਵੇਸ ਭਾਵ ਕਰਮ ਕਰ ਜਮ ਸੀ ਸੇ ਕਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੁਝਾ ਕੋਈ। ਕਹਿੰਦੇ ਸਤਿਕਾਰ ਜੋ ਪਿਤਾ ਜੀ ਮਨ ਨੂੰ ਹਾਲੀ ਬਣਾ ਲਓ। ਹਲ ਚਲਾਉਣਾ ਕਰਕੇ ਖੇਤੀ ਕਰੋ। ਸਰੀਰ ਨੂੰ ਖੇਤ ਕਰਕੇ ਉਹਦੇ ਜਪ ਤਪ ਦਾ ਪਾਣੀ ਦਿਓ। ਪਰਮੇਸ਼ਰ ਨਾਮ ਬੀਜੋ। ਸੰਦੋਖ ਦਾ ਸੁਹਾਗਾ ਫੇਰੋ। ਮਨ ਨਿਮਰਤਾ ਧਾਰਨੋ। ਪ੍ਰੇਮ ਨਾ ਕੀਤੀ ਐਸੀ ਖੇਤੀ ਯੋਗ ਪੈ ਬੰਦਾ ਮਾਲਾ ਮਾਲ ਹੋ ਜਾਂਦਾ। ਦੁਨਿਆਈ ਮਾਇਆ ਜਿਹੜੀ ਖੇਤੀ ਕਰਕੇ ਇਕੱਠੀ ਕਰਨੀ ਚਾਹੁੰਦੇ ਇਹ ਅੰਤ ਨੂੰ ਨਾਲ ਨਹੀਂ ਜਾਣੇ। ਇਹ ਸੰਸਾਰ ਮਾਇਆ ਨੂੰ ਹੋਇਆ ਪਹਿਲਾ ਸਮਝਦਾ। ਫਿਰ ਗੰਲਾ ਹੱਟੀ ਦੇ ਸਦਾਗਰੀ ਕਰ ਲਓ। ਮਹਾਰਾਜ ਵੀ ਹੱਟੀ ਚੰਗੀ ਰਹੂਗੀ ਵੀ ਜੋ ਖੇਤੀ ਦਾ ਔਖਾ ਕੰਮ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਹਣ ਹਟ ਕਰ ਅਰਜਾ ਸੱਚ ਨਾਮ ਕਰ ਬਤ ਸੁਰਤ ਸੋਚ ਕਰ ਭਾਂਡ ਸਾਲ ਤੇ ਵਿੱਚ ਤੇ ਸੁਣੋ ਰੱਖ ਬਣ ਜਾ ਰਿਹਾ ਸੋ ਬਣ ਕਰ ਲੈ ਲਾ ਮਨ ਹੱਸ। ਕਹਿੰਦੇ ਜਿਹੜੀ ਉਮਰ ਘਟਦੀ ਜਾ ਰਹੀ ਹੈ ਹੱਟੀ ਕਰਕੇ ਸੱਚੇ ਨਾਮ ਦਾ ਸੌਦਾ ਪਾਓ। ਸ੍ਰੇਸ਼ਟ ਵਿਚਾਰ ਸੌਦਾ ਰੱਖਣ ਵਾਲੀ ਥਾਂ ਬੰਬੂ ਘਾਟ ਬਣਾਓ। ਸੌਦੇ ਨੂੰ ਰੱਖੋ। ਸੌਦੇ ਦਾ ਗਾਹਕਾਂ ਨਾਲ ਲੈਣ ਦੇਣ ਕਰਕੇ ਲਾਭ ਲਓ ਪਰ ਲੋਕ ਉਹ ਸਹਾਈ ਹੁੰਦਾ। ਸੰਸਾਰ ਜਾਣ ਕੇ ਜੀਵ ਨੂੰ ਹੱਟੀ ਕਿਹੜੀ ਪਾਉਣੀ ਹੈ। ਜਦੋਂ ਪਿਤਾ ਨੇ ਵਿਚਾਰ ਸੁਣੇ ਸੋਚ ਕੇ ਕਹਿੰਦੇ ਇਹਦਾ ਕੰਮ ਨਿਰਾ ਬੈਠਣ ਦਾ ਵੀ ਨਹੀਂ, ਤੂੰ ਨਹੀਂ ਕਰਨਾ ਚਾਹੁੰਦਾ ਤਰ ਪੈ ਲੈ ਲਓ ਘੋੜਿਆਂ ਦੀ ਸਦਾਗਰੀ ਕਰ ਲਓ। ਵੱਡੇ ਲੋਕ ਕਰਦੇ ਆ। ਫਿਰ ਕਹਿਣ ਲੱਗੇ ਸੁਣ ਸਾਸਤ ਸੌਦਾਗਰੀ ਸਦ ਘੋੜੇ ਲੈ ਚੱਲ ਕਰ ਜੂਨ ਚੰਗਿਆਈਆਂ ਮੱਤ ਮਨ ਜਾਣੇ ਕੱਲ ਨਿਰੰਕਾਰ ਕਹਿੰਦੇ ਸੀ ਜਾਏ ਤਾਂ ਸੁੱਖ ਲਾਇਆ ਮਾਲ। ਕਹਿੰਦੇ ਪਿਤਾ ਵੇਦਾਂ ਸ਼ਾਸਤਰਾਂ ਸੁਣਨਾ ਸਦਾਗਰੀ ਸੱਚ ਦੀ ਪ੍ਰਾਪਤੀ ਦੇ ਘੋੜੇ ਆ। ਨੇਕੀ ਦਾ ਖਰਚ ਪੱਲੇ ਬੰਨੂ ਇਹਨਾਂ ਘੋੜਿਆਂ ਨੂੰ ਖਰੀਦੋ। ਇਹ ਨਾ ਸਮਝੋ ਸੌਦਾ ਕੱਲ੍ਹ ਕਰਾਂਗੇ ਕੀ ਪਤਾ ਕੱਲ੍ਹ ਆਵੇ ਕਿ ਨਾ। ਨਿਰੰਕਾਰ ਦੇ ਦੇਸ਼ ਸੱਚਖੰਡ ਵਿੱਚ ਜਾ ਕੇ ਪਰਮ ਸੁਖ ਦੀ ਪ੍ਰਾਪਤੀ ਸਿਮਰਨ ਹੁੰਦੀ ਹੈ। ਪਿਤਾ ਨੇ ਸਮਝ ਲਿਆ ਫਿਰ ਲੰਮੇ ਝਮੇਲੇ ਘੋੜੇ ਖੇਦੇ ਸਾਹਮਣੇ ਆਉਂਦੇ ਫਿਰਨੇ ਪਸੰਦ ਨੇ। ਕਹਿੰਦੇ ਫਿਰ ਇਹ ਕੰਮ ਪਸੰਦ ਨਹੀਂ ਤਾਂ ਕਿਸੇ ਦੀ ਨੌਕਰੀ ਕਰ ਲਓ। ਪਾਤਸ਼ਾਹ ਕਹਿੰਦੇ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਮਨ ਵਧੀਆਂ ਕਰ ਧਾਵਣੀ ਤਾਕੂ ਆਖਾ ਧੰਨ ਨਾਨਕ ਵੇਖਿਆ ਨਜ਼ਰ ਕਰ ਚੜ੍ਹਿਆ ਚੁਗਣ ਵਨ। ਚਿੱਤ ਨੂੰ ਪਰਮਾਤਮਾ ਦੇ ਧਿਆਨ 'ਚ ਜੋੜਨਾ ਇਹ ਨੌਕਰੀ। ਨਾਮ ਨੂੰ ਮੰਨਣਾ ਉਸ ਮਾਲਕ ਦਾ ਕੰਮ। ਬੁਰਾਈਆਂ ਨੂੰ ਬੰਨ ਰੋਕ ਕੇ ਜਿਹੜਾ ਸਿਮਰਨ ਅਤੇ ਕੰਮ ਨੂੰ ਦੌੜ ਕਰਦਾ ਉਹਨੂੰ ਸਾਰੇ ਧਨ ਕਹਿੰਦੇ ਆ। ਉਹ ਨਾਮ ਨੂੰ 4 ਗੁਣਾ ਗੂੜਾ ਰੰਗ ਚੜ੍ਹ ਜਾਂਦਾ ਨਾਮ ਦੁਆਰਾ। ਜਿਹੜੇ ਦੇਖਿਆ ਨਾ ਖੇਤੀ ਕਰਨੀ ਚਾਹੁੰਦੇ ਨਾ ਹੱਟੀ ਨਾ ਸੌਦਾਗਰੀ ਅਤੇ ਨਾ ਨੌਕਰੀ। ਚੁੱਪ ਕਰ ਗਏ। ਹਾਂਜੀ ਫਿਰ ਆਪਣੇ ਪਰਿਵਾਰ ਦੇ ਕੰਮ 'ਚ ਲੱਗ ਗਏ।
ਫਿਰ ਮਹਾਰਾਜ ਆਪਣੀ ਮੌਜ ਦੇ ਵਿੱਚ ਅੰਤਰਮੁਖਤ ਕਰਕੇ ਇਕਾਂਤ 'ਚ ਲਿਟੇ ਰਹਿੰਦੇ। ਖਾਣੇ ਪੀਣਾ ਥੋੜ੍ਹਾ ਕਰਦਾ, ਸਰੀਰ ਵੀ ਕਮਜ਼ੋਰ ਹੋ ਗਿਆ। ਫਿਰ ਵੈਦ ਅਰਦਾਸ ਨੂੰ ਸਾਧ ਗਿਆ, ਵੈਦ ਜੀ ਦੇਖੋ ਕਿਹੜਾ ਰੋਗ ਹੈ, ਦਿਨ ਦਿਨ ਕਮਜ਼ੋਰ ਹੋ ਰਿਹਾ। ਜਦੋਂ ਨਬਜ਼ ਦੇਖੀ ਕੋਈ ਪਤਾ ਨਾ ਲੱਗਾ। ਅਤੇ ਮਹਾਰਾਜ ਕਹਿੰਦੇ ਆ ਸ਼ਲੋਕ ਮਤਲਬ ਪਹਿਲਾਂ ਵੈਦ ਬੁਲਾ ਵੈਦ ਕੀ ਪਗਟ ਡੋਲੇ ਵਾਂ, ਭੋਲਾ ਵੈਦ ਨਾ ਜਾਣੇ ਕਰ ਕਲੇ ਜੇ ਮਾਂ। ਵੈਦ ਨੇ ਦੇਖਿਆ ਅਤੇ ਜਦੋਂ ਬਾਂਹ ਫੜ ਕੇ ਲੱਗਣ ਲੱਗਾ ਵੀ ਕੀ ਹੋ ਗਿਆ। ਅਤੇ ਫਿਰ ਕਹਿੰਦੇ ਕਿਹੜਾ ਰੋਗ ਲਾਈ ਦੇ ਨਹੀਂ ਜਾਣਦੇ, ਕਿਹੜਾ ਦੁੱਖ ਹੈ ਉਹਨਾਂ ਦੇ ਹਿਰਦੇ 'ਚ ਪੀੜਾ ਕਰ ਰਿਹਾ। ਵੈਦ ਕਹਿੰਦੇ ਤੂੰ ਅੰਦਰ ਦਾ ਰੋਗ ਹੈ ਅਤੇ ਤੁਹਾਨੂੰ ਖਾਣ ਦੀ ਦਵਾਈ ਦੇ ਦਿੰਦੇ ਹਾਂ, ਕਲੇਜੇ ਸ਼ਾਂਤੀ ਹੋ ਜਾਏਗੀ, ਜਾਂ ਤੁਸੀਂ ਦੱਸੋ ਕਿਹੜਾ ਰੋਗ ਹੈ। ਅਤੇ ਮਹਾਰਾਜ ਨੇ ਫਿਰ ਮਲਾਰ ਮੁੱਲਾ ਪਹਿਲਾਂ ਦੁੱਖ ਵਿੱਚ ਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਤਾਏ। ਵੈਦ ਨ ਭੋਲੇ ਦਾਰੂ ਲਾਏ, ਵੈਦ ਨ ਭੋਲੇ ਦਾਰੂ ਲਾਏ, ਦਰਦ ਹੋਇਆ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੇ ਨਾ ਵੀਰ ਰਾਓ, ਖਸਮ ਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਆਂਦੇ ਕੋ ਮਿਲੇ ਸਜਾਏ, ਵੈਦ ਨ ਭੋਲੇ ਦਾਰੂ ਲਾਏ, ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮੈਂ ਸਾਸ, ਸਾਸ ਗਿਆ ਕਾਇਆ ਟਲ ਪਾਏ, ਆਕੇ ਪਾਛਾ ਕੋਈ न खाए, कंचन का निर्मल हंस, जिसमें नाम निरंजन हंस, दुख रोग सब गया गवाए, नानक छूटे साचा नाए। कहते वैद जी सुन लो, कहते मैनू एक अपने प्यारे दे विछोड़े का दुख है, उसके दर्शन की भुख है। एक दुख मैनू जमदूतां वालों वो जीव नूं फड़ के लै जांदे, ये दुख सरीर उत्ते किहड़े वेले रोग हल्ला बोल दिंदे आ, ये भी है। तुसीं मैनू कोई दवाई ना दिओ, ये वैद मैनू कोई दवाई ना दिओ, जे दवाई ना दर्द दूर ना होवे, वो खाण दा जां सरीर नूं लाउण दा की फायदा। जिन्हां ने मालक नूं सार के रसां कसां नूं भोगिआ, सरीर नूं रोग लग जांदे आ। इन्हां रोगां द्वारा मालक नूं भुल्ले होए जिहड़े जीव आ सज़ा मिलदी है। इस वास्ते वैद मैनू कोई दवाई ना दिओ। जिस तरह चंदन के बूटे का फल सुगंधी है, इस तरह पुरुष का फल कि उसके अंदर जोड़े स्वासां निकलना, शरीर डिग पैंदा, पिछे कोई नहीं खांदा, शरीर सोने वर्गा नरवा होवे, हाँ जी, वो जीव भी शुद्ध हुंदा, परमात्मा के नाम की कणी है, उसदे दुख दूर हो जाते, अगे जांदा, दुखां नूं सच्चे नाम का सिमरन कर छुटकारा मिलदा। जदों ऐसी भी आख्या वैद चुप कर गया तो दस गया भी इन्हां दा रोग मेरी समझ तो बाहर है, ये तो होर रोगां दीयां गल्लां करदे आ। मेहता जी फिर बड़े परेशान होए। फिर महाराज नूं खरा सौदे वास्ते 2-3 महीने पिछों तो आप खाना पीना शुरू करता। एक दिन मेहता जी कहते कि काम लाइए, 20 रुपए देते, कोई लाहेवंद सौदा करो, थोड़ा मन भर जा रहा है, कमाई का वसीला भी हो जाएगा। फिर भाई वाले जी नूं सियाणा समझ के नाल भेजिया। भाई वाले नूं लैके लाहौर लाहेवंद दा सौदा करन तुरे जांदे सी। अगे पिंड चूड़खाने, बाहर जंगल संत मंडली मिले, ये वेख के जंगल च बैठे आ, इन्हां नाल कोई भोजन का कोई प्रबंध नहीं। भाई वाले पासों 20 रुपए की रस मंगा के भोजन छकण लई देती। रस वाले नूं कहा इनू कोई होर चंगा सच्चा सौदा नहीं, इहदा लाभ बहुत होया, घाटा नहीं पैगा। इउं बाले नूं समझाउंदे फिर खाली हत्थीं वापस आ गया तलवंडी। इस कारण में जाच इत्थे गुरुद्वारा चूड़खाने खरा सौदा बनिया होया। फिर पिता वालों नाराज होना तलवंडी पहुँच गए तो बाले ने मेहता जी नूं दस्सिया कि 20 रुपए का आटा दाल सीधा लैके ते संतां नूं छकाता। मेहता ही गुस्से होए, चपेड़ा मारियां। ये गल दा रायबर नूं पता लगा। मेहते कल्याण चंद साधी कहंदे ये पूरन रब दा नूर आ, इन्हूं माड़ी गल ना क्या कर, अगों तुहाडा नुकसान करे, मेरे तो पूरा कर लिया कर, पर इन्हां नूं कुछ नहीं कहना। मेहता कहण लगा जी मैं दुखी हो के कहना इहदे भले वास्ते कुछ कहना, होर मैनू इहदे नालों कौन चंगा, इक्को एक तां सपुत्तर आ। फिर लाचार हो के राय बुलारे सलाह नाल गुरु जी नूं बेबे नानकी भाईया जया राम को सुल्तानपुर भेजिया कि तुसीं इत्थे रखो ते इत्थे इन्हां नूं
ਕਿਸੇ ਕੰਮ ਧੰਦੇ 'ਤੇ ਲਾ ਦੇਣਾ। ਇੱਥੋਂ ਦੂਜਾ ਪ੍ਰਸੰਗ ਸ਼ੁਰੂ ਹੁੰਦਾ। ਫਿਰ ਮੋਦੀਖਾਨੇ ਦੀ ਕਾਰ ਰਾਏਬੁਲਾ ਦੀ ਪ੍ਰੇਰਨਾ ਨਾਲ ਬੇਬੇ ਨਾਨਕੀ ਨੇ ਭਾਈ ਜੈ ਰਾਮ ਬੜੀ ਖੁਸ਼ੀ ਨਾਲ ਕੋਲ ਆਪਣੇ ਕੋਲ ਸੁਲਤਾਨਪੁਰ ਲੈ ਗਏ। ਭਾਈ ਜੈ ਰਾਮ ਨਵਾਬ ਦੌਲਤ ਖਾਨ ਦਾ ਦੀਵਾਨ ਸੀਗਾ ਅਤੇ ਦੌਲਤ ਖਾਨ ਨੂੰ ਕਹਿ ਕੇ ਸੰਮਤ 1542 ਵਿੱਚ ਮੋਦੀਖਾਨਾ ਜਿਹੜਾ ਸ਼ਾਹੀ ਲੰਗਰ ਫੌਜ ਦੇ ਖਾਣ ਪੀਣ ਸਮਾਨ ਦੇਣ ਵਾਲਾ ਸੀ ਉੱਥੇ ਲਵਾਤਾ। ਹੁਣ ਸੌਦਾ ਤੋਂ ਗਾਹਕਾਂ ਨੂੰ ਦਿੰਦੇ ਆ 13 ਹੀ ਕਹੀ ਜਾਂਦੇ ਆ, 14 ਕਹਿਣ ਦੀ ਯਾਦ ਹੀ ਭੁੱਲ ਜਾਂਦੇ। ਜੇ ਕੋਈ ਪੁੱਛਦਾ ਮੋਦੀ ਜੀ 13 ਆਖੀ ਜਾਂਦੇ ਅਤੇ ਫਿਰ ਅੱਗਿਓਂ ਹਾਂਜੀ ਧਾਰਨ ਕਿਉਂ ਨਹੀਂ ਕਹਿੰਦੇ। ਅਤੇ ਮਹਾਰਾਜ ਕਹਿੰਦੇ ਨਾਨਕ ਤੇਰਾ ਬਾਣੀ ਹੈ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲੈ ਜਾਂ ਸਿਫਤ ਕਰੀ ਅਰਦਾਸ। ਰਾਗ ਉਡਾਂਸ ਮਹਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਬੜਾ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੇ ਤਿੰਨ ਭਾਵੈ ਸਭ ਕੋਏ, ਹਵਾਰੀ ਵੰਝਾਂ ਖੰਨੀਏ ਵੰਝਾਂ ਤੋ ਸਾਹਿਬ ਕੇ ਨਾਵੈ ਰਹਾਓ, ਸਾਹਿਬ ਸਭਲੇ ਰੁਖੜਾ ਅੰਮ੍ਰਿਤ ਜਾ ਖਾ ਨਾਓ, ਜਿਨ ਪੀਆ ਤੇ ਤ੍ਰਿਪਤ ਪੈ ਹੋਂ ਤਿਨ ਬਲਿਹਾਰਾ ਜਾਓ, ਮੈਂ ਕੀ ਨਜ਼ਰ ਨਾ ਆਵੇ ਵਸੈ ਅੱਬੀਆਂ ਨਾਲ, ਤਿਖਾ ਤਿਆ ਕਿਉਂ ਲਹਿ ਜਾਵਾਂ ਸਾਰ ਪੀ ਤਰਪਾਲ, ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਕਹਿੰਦੇ ਹੈ ਨਿਰੰਕਾਰ ਤੇਰਾ ਨਾਮ ਹੀ ਮੇਰੀ ਪੂੰਜੀ ਹੈ, ਮੈਂ ਤੇਰਾ ਬਾਣੀ ਹਾਂ ਸੌਦਾ ਵੇਚਣ ਵਾਲਾ। ਇਹਨਾਂ ਲੋਕਾਂ ਦੇ ਮਨ 'ਚ ਭਰਮ ਹੈ ਕਿ ਮੈਂ ਤੇਰਾ ਕਹੀ ਜਾਂਦਾ, 14 ਨਹੀਂ ਕਹਿੰਦਾ। ਕਹਿੰਦੇ ਇਹ ਦੂਰ ਉਦੋਂ ਹੀ ਹੋਵੇਗਾ ਜਦ ਤੇਰੀ ਸਿਫਤ 'ਚ ਲੱਗ ਜਾਣਗੇ। ਫਿਰ 2 ਸਾਲ ਮੋਦੀ ਦਾ ਕੰਮ ਕਰਦਿਆਂ ਹੋ ਗਿਆ। ਆਪ ਦੀ ਉਮਰ ਤਕਰੀਬਨ 18 ਸਾਲ ਦੀ ਸਰੀਰਕ ਉਮਰ ਹੋ ਗਈ। ਫਿਰ ਆਪ ਨੂੰ ਹਰ ਤਰ੍ਹਾਂ ਯੋਗ ਸਮਝ ਕੇ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਮਹਿਤਾ ਸਾਹਿਬ ਮਾਤਾ ਰਪਤਾ ਨੂੰ ਸਲਾਹ ਕਰਕੇ ਅਤੇ ਬਟਾਲੇ ਰਹਿਣ ਵਾਲੇ ਮੂਲਚੰਦ ਖੱਤਰੀ ਦੀ ਸਪੁੱਤਰੀ ਬੀਬੀ ਸੁਰੱਖਣੀ ਨਾਲ 24 ਜੇਠ ਸੰਮਤ 1544 ਨੂੰ ਆਪਣੇ ਕੁਲ ਦੀ ਮਰਜ਼ਾਦਾ ਨਾਲ ਇਹਨਾਂ ਦੀ ਸ਼ਾਦੀ ਕਰਤੀ। ਉਹ ਵਿਆਹ ਕਰਕੇ ਫਿਰ ਮੋਦੀ ਦੀ ਕਾਰ ਚਲਾ ਕੇ ਫਿਰ 13 ਦਿਨਾਂ ਜਾਪ ਕਰਦੇ ਰਹੇ। ਮੋਦੀਖਾਨੇ ਦਾ ਲੇਖਾ ਇਸ ਤਰ੍ਹਾਂ 13 ਦਿਨਾਂ ਦੀ ਰੱਟ ਦੇਖ ਕੇ ਈਰਖਾਬਾਦੀ ਜਿਹੜੇ ਸੀ ਨਾ ਉਹ ਨਵਾਬ ਦੇ ਕੰਨ ਭਰਨ ਲੱਗ ਪਏ। ਤੇਰਾ ਮੋਦੀਖਾਨਾ ਲੁਟਾ ਰਿਹਾ, ਜੇ ਤਾਂ ਨਾ ਦਿੱਤਾ ਸਭ ਕੁਝ ਉਜਾੜ ਕੇ ਕਿਸੇ ਪਾਸੇ ਨਿਕਲ ਜੂਗਾ। ਫਿਰ ਨਵਾਬ ਨੇ ਆਪਣੇ ਮੁਨਸ਼ੀ ਤੋਂ ਪੜਤਾਲ ਕਰਾ ਕੇ ਵੇਖਿਆ ਕਿ ਆਪਣੇ ਪਤਾ ਲੱਗਾ ਸਰਕਾਰੀ ਹਿਸਾਬ ਠੀਕ ਹੈ ਅਤੇ ਗੁਰੂ ਜੀ ਦੇ ਰਕਮ ਸਗੋਂ ਵੱਧਦੀ ਹੈ। ਇਸ ਨੂੰ 2-3 ਵਾਰੀ ਲੇਖਾ ਹੋਇਆ ਅਤੇ ਮਹਾਰਾਜ ਦਾ ਵਾਧਾ ਨਿਕਲਦਾ ਰਿਹਾ। ਫਿਰ ਮਹਾਰਾਜ ਇਸ਼ਨਾਨ ਦੇ ਬਹਾਨੇ ਅੰਮ੍ਰਿਤ ਵੇਲੇ ਬੈਂਚ ਜੋ ਸੁਲਤਾਨਪੁਰ ਨੇੜੇ ਵਗਦੀ ਇਸ਼ਨਾਨ ਲਈ ਜਾਂਦੇ ਸੀ ਅਤੇ ਇੱਕ ਦਿਨ ਫਿਰ ਅਸੀਂ ਚੁੱਭੀ ਲਾਈ ਬਾਹਰ ਨੂੰ ਆਏ ਅਤੇ ਕੁਝ ਫੜੀ ਕੇ ਸੇਵ ਕੱਪੜੇ ਫੜ ਕੇ ਨਦੀ ਕਿਨਾਰੇ ਬੈਠਾ ਰਿਹਾ। ਹਾਂਜੀ ਔਰ ਘਰ ਜਾ ਕੇ ਭਾਈ ਜੈ ਰਾਮ ਨੂੰ ਖਬਰ ਦੱਸੀ ਕਿ ਮਹਾਰਾਜ ਡੁੱਬ ਗਿਆ। ਜੈ ਰਾਮ ਨੇ ਟੋਬੇ ਨਾਲ ਲੈ ਕੇ ਨਦੀ 'ਤੇ ਆਏ, ਭਾਲ ਕਰਾਈ ਪਰ ਸਰੀਰ ਨਾ ਮਿਲਿਆ, ਘਰੋਂ ਘਰੇ ਚਲਾ ਗਿਆ। ਭਾਈ ਜੈ ਰਾਮ ਦੇ ਘਰ ਬੜੀ ਚਿੰਤਾ ਬੜਾ ਦੁੱਖ ਹੋਇਆ। ਤੀਜੇ ਦਿਨ ਸਵੇਰੇ ਇਸ਼ਨਾਨ ਕਰਨ ਵਾਲੇ ਭਗਤ ਨੇ ਆਣ ਕੇ ਬੇਬੇ ਨੂੰ ਦੱਸਿਆ ਤੁਹਾਡੇ ਭਰਾ ਨਦੀ ਕਿਨਾਰੇ ਬੈਠੇ ਆ। ਭਾਈ ਭਗੀਰਥ ਜੀ ਨੇ ਇਹ ਗੱਲ ਸੁਣਦਿਆਂ ਭਾਈ ਜੈ ਰਾਮ ਬੇਈ ਵੱਲ ਦੌੜੇ। ਪਤਾ ਲੱਗਦਾ ਹੋਰ ਲੋਕ ਬੜੇ ਚਲੇ ਗਏ। 4 ਫੇਰੇ ਭੀੜ ਹੋ ਗਈ ਅਤੇ ਆਪ ਭੀੜ ਤੋਂ ਨਿਕਲ ਹੱਟੀ 'ਤੇ ਆ ਗਏ। ਨਾਲ ਹੀ ਇਸ ਤਰ੍ਹਾਂ ਭੀੜ ਹੱਟੀ 'ਤੇ ਆ ਗਈ ਅਤੇ ਮੋਦੀਖਾਨਾ ਬੂਹਾ ਖੋਲ੍ਹਤਾ, ਜਿਹਨੂੰ ਜੋ ਲੋੜ ਹੈ ਲੈ ਜਾਓ। ਅਤੇ ਲੋਕਾਂ ਨੇ ਸਾਰਾ ਮੋਦੀਖਾਨਾ ਖਾਲੀ ਕਰਤਾ, ਲੁਟਾ ਪਟਾ ਦਾ। ਫਕੀਰੀ ਬਾਣਾ ਗੋਦੜੀ ਪਾ ਕੇ ਮਸਾਣਾ 'ਚ ਬਹਿ ਗਿਆ। ਮੋਦੀਖਾਨਾ ਲੁੱਟਣ ਤੋਂ ਬਾਹਰ ਚੱਲਿਆ ਨਵਾਬ ਨੂੰ ਖਬਰ ਲੱਗੀ। ਮੁਨਸ਼ੀ ਪਾਸੋਂ ਮੋਦੀ ਦੀਆਂ ਜਿਹੜੀਆਂ ਬਹੀਆਂ ਸੀ ਉਹ ਹਿਸਾਬ ਕਿਤਾਬ ਕਰਨ ਲਈ ਜੈ ਰਾਮ ਸਾਧਕ ਪੜਤਾਲ ਕਰਾਇਆ। ਜ਼ਿਲ੍ਹੇ ਪੜਤਾਲ ਕਰਾਈ 760 ਰੁਪਏ ਸਰਕਾਰ ਵੱਲ ਨਿਕਲੇ। ਵਾਧੇ ਇਸ ਗੱਲ ਸੁਣ ਕੇ ਨਵਾਬ ਖੁਸ਼ ਹੋਇਆ, ਬੜੇ ਸਤਿਕਾਰ ਨੇ ਕਿਹਾ ਉਦਾਸ ਨਾ ਹੋ, ਆਪਣਾ ਵਾਧਾ ਰੁਪਇਆ ਮੇਰੇ ਪਾ ਹੋਰ ਲੈ ਲਓ, ਮੋਦੀਖਾਨੇ ਕੰਮ ਜਾਰੀ ਰੱਖੋ। ਅਤੇ ਕਹਿਣ ਲੱਗੇ ਨਵਾਬ ਸਾਹਿਬ ਸਾਨੂੰ ਹੁਣ ਇਹ ਕੰਮ ਕਰਨ ਦਾ ਹੁਕਮ ਨਹੀਂ, ਕਰਤਾਰ ਵੱਲੋਂ ਜੋ ਹੁਕਮ ਉਹ ਕਰਾਂਗੇ।
ਤੇ ਫਿਰ ਨਵਾਬ ਨੇ ਪੁੱਛਿਆ ਕੀ ਹੁਕਮ ਹੈ, ਤੇ ਮਹਾਰਾਜ ਨੇ ਫਿਰ ਮੂਲ ਮੰਤਰ ਉਚਾਰਿਆ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਨਵਾਬ ਨੇ ਪੁੱਛਿਆ ਇਹ ਹੁਕਮ ਤੁਹਾਨੂੰ ਕਰਤਾਰ ਨੇ ਕਦੋਂ ਦਿੱਤਾ? ਕਹਿੰਦੇ ਜਦੋਂ ਅਸੀਂ ਬੇਂ ਇਸ਼ਨਾਨ ਕਰਨ ਲੱਗੇ ਸੀ, ਸੱਚਖੰਡ ਚਲੇ ਗਏ, ਸਾਨੂੰ ਉਦੋਂ ਹੁਕਮ ਹੋਇਆ ਇਹ ਮੰਤਰ ਜਪੋ, ਹੋਰਾਂ ਨੂੰ ਜਪਾਓ, ਕਲਯੁਗ ਦੇ ਜੀਵਾਂ ਦੀ ਕਲਿਆਣ ਕਰੋ। ਅਸੀਂ ਮਾਲਕ ਦੇ ਹੁਕਮ 'ਚ ਵਿਚਰਨਾ ਹੁੰਦਾ। ਬਾਬਾ ਪੈਦਾ ਸੱਚਖੰਡ ਨੌਨੇ ਦਾ ਨਾਮ ਗਰੀਬੀ ਪਾਈ। ਸੱਚਖੰਡ ਚਲੇ ਗਏ, ਨੌਨੇ ਦਾ ਖਜ਼ਾਨਾ ਨਾਮ ਨਿਮਰਤਾ ਪ੍ਰਾਪਤ ਹੋਇਆ। ਬੇਂ ਦੇ ਕਿਨਾਰੇ ਮਹਾਰਾਜ ਪ੍ਰਗਟ ਹੋਏ, ਉੱਥੇ ਗੁਰਦੁਆਰਾ ਸੰਤ ਕਾਟਿਆ, ਜਿੱਥੋਂ ਇਸ਼ਨਾਨ ਕਰਦੇ ਚੁੱਭੀ ਲੱਗ ਗਏ, ਉੱਥੇ ਬੇਰ ਸਾਹਿਬ ਹੈ, ਅਤੇ ਜਿੱਥੇ ਲੇਖਾ ਹੋਇਆ ਉਹ ਕੋਟਲੀ ਸਾਹਿਬ ਹੈ, ਜਿੱਥੇ ਪਹਿਲਾਂ ਚਰਨ ਪਾਏ ਬੇਬੇ ਨਾਨਕੀ ਦਾ ਕਰੋ ਗੁਰਦੁਆਰਾ ਗੁਰੂ ਕਬ ਆ ਗਿਆ, ਜਿੱਥੇ ਮੋਦੀ ਖਾਨਾ ਕਰਦੇ ਸੀ ਉਹ ਹੱਟ ਸਾਹਿਬ ਹੈ। ਇਸ ਤਰ੍ਹਾਂ ਫਿਰ ਜਿੱਥੇ ਇਹਨਾਂ ਨੂੰ ਆਵਾਜ਼ ਪਾਣੀ ਦੇ ਸੀ ਉਹ ਅੰਤਰਜਾਮ ਥਾ। ਬੇਈ ਨਦੀ ਹਰ ਰੋਜ਼ ਫੈਮਿਲੀ ਇਸ਼ਨਾਨ ਕਰਕੇ ਬੈਠਿਆ ਕਰਦੇ ਸੀ। ਫਿਰ ਆਪ ਜੀ ਨੇ ਇਹ ਨਾਰਾ ਲਾਇਆ, ਨਾ ਕੋਈ ਹਿੰਦੂ ਨਾ ਮੁਸਲਮਾਨ। ਜਦੋਂ ਫਿਰ ਨਵਾਬ ਨੂੰ ਬਚਨ ਕਰਕੇ ਫਿਰ ਉੱਥੇ ਮੜੀਆਂ ਚਲ ਗਿਆ। ਜਦੋਂ ਬੋਲਦੇ ਇੰਨੇ ਬਚਨ ਕਰਦੇ, ਇਹ ਸਭ ਦਿਖਾਵੇ ਦੇ ਆ, ਆਪਣੇ ਧਰਮ 'ਚ ਕੋਈ ਨਹੀਂ। ਚੁੱਪ-ਚਾਪ ਫਿਆਲ ਦੇ ਬੈਠੇ ਰਹਿੰਦੇ, ਲੋਕਾਂ ਨਾਲ ਦੀਵਾਨੇ ਹੋ ਗਏ। ਕੋਈ ਕਹੇ ਕੋਈ ਬਾਦਰੂ ਚਿੰਬੜ ਗਈ ਹੈ। ਨਵਾਬ ਨੇ ਕਾਜੀ ਨੂੰ ਖਬਰ ਲੈਣ ਭੇਜਿਆ। ਕਾਜੀ ਨੇ ਜਾ ਕੇ ਸੁੱਖ ਸੰਤ ਪੁੱਛੀ, ਅਤੇ ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਿਆ। ਮਾਰੂ ਮਹੱਲਾ ਪਹਿਲਾ। ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭੈ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਹੋਂ ਹਰ ਬਿਨ ਅਵਰ ਨਾ ਜਾਨਾ ਰਹਾਓ। ਤੋ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਇੱਕ ਹੀ ਸਾਹਿਬ ਵਾਰਾ ਦੂਜਾ ਬ੍ਰਹਮ ਨਾ ਜਾਣੇ ਕੋਈ। ਤੋ ਦੀਵਾਨਾ ਜਾਣੀਏ ਜਾਂ ਏਕਾ ਕਾਰ ਕਮਾਏ, ਉਹ ਬੁਝਣੇ ਕਸਬਾ ਦੂਜੀ ਅਵਰ ਸਿਆਣ ਪਕਾਏ। ਤੋ ਦੀਵਾਨਾ ਜਾਣੀਏ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣੇ ਆਪ ਕਾ ਅਵਰ ਭਲਾ ਸੰਸਾਰ। ਇਹ ਜੋ ਸ਼ਬਦ ਪੜ੍ਹ ਕੇ ਸੁਣਾਇਆ, ਅਤੇ ਨਾ ਕਹਿੰਦੇ ਨਾ ਕੋਈ ਹਿੰਦੂ ਆ ਨਾ ਮੁਸਲਮਾਨ। ਕਹਿਣ ਲੱਗੇ, ਕਾਜੀ ਨੇ ਆ ਕੇ ਨਵਾਬ ਨੂੰ ਦੱਸਿਆ, ਉਹ ਤਾਂ ਦੋਹਾਂ ਨੂੰ ਨਿੰਦਰਿਆ। ਸਾਧੂ ਜੀ ਪੁੱਛਿਆ, ਅਤੇ ਫਿਰ ਮਹਾਰਾਜ ਨੇ ਬਚਨ ਕਿਹਾ ਨਵਾਬ ਪਾ ਸੱਚਾ ਮੁਸਲਮਾਨ ਦੱਸਣ ਲਈ। ਜਦੋਂ ਕਾਜੀ ਨੇ ਬਹੁਤਾ ਜ਼ੋਰ ਪਾਇਆ, ਫਿਰ ਨਵਾਬ ਨੇ ਪੁੱਛਿਆ, ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ? ਜੇ ਤੁਸੀਂ ਠੀਕ ਕਹੀ ਹੈ ਦੱਸੋ, ਮੁਸਲਮਾਨ ਕੋਈ ਕਿਉਂ ਨਹੀਂ? ਮਹਾਰਾਜ ਕਹਿੰਦੇ ਮੁਸਲਮਾਨ ਹੋਣਾ ਬੜਾ ਔਖਾ ਹੈ ਭਾਈ। ਬਾਰ ਮਾਝ ਸ਼ਲੋਕ ਮਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਬਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਨਾ ਮਾਲ ਮੁਸਾਵੈ। ਹੋਏ ਮੁਸਲਮ ਦੀਨ ਮੋਹਣ, ਮਰਨ ਜੀਵਨ ਕਾ ਪਰਮ ਜਗਾਵੈ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਤਾਂ ਨਾਨਕ ਸਰਬ ਜੀਆਂ ਮਿਹਰ ਅਮਤ ਹੋਏ, ਤਾਂ ਮੁਸਲਮਾਨ ਕਹਾਵੈ। ਇਸ ਵਾਸਤੇ ਹਾਂਜੀ ਔਲ ਮੈਨੇ ਔਲੀਆ ਪਹਿਲਾਂ ਮੁਸ਼ਕਲ ਹੁੰਦਾ, ਜਿਵੇਂ ਜਗਾਲ ਨੂੰ ਕੱਟਣ ਵਾਲੇ ਹਥਿਆਰ ਵਾਂਗ। ਔਰ ਇਸ ਤਰ੍ਹਾਂ ਕੋਈ ਮੁਸਲਮ ਦੀਨ ਮੋਹਣ, ਔਰ ਫਿਰ ਇਸ ਤਰ੍ਹਾਂ ਆਪਣੇ ਮੁਸਾਵੇ ਹੁੰਦਾ, ਵਕਾਰਾਂ ਦੇ ਤੁਹਾਨੂੰ ਲਟਾ ਦੇਣਾ। ਔਰ ਦੀਨ ਮੋਹਣ ਧਰਮ ਦਾ ਆਗੂ, ਜੇ ਮਨਵਾ ਭਰਮ ਜਗਾ ਦੇਵੇ, ਰੱਬ ਦੀ ਰਜ਼ਾ ਨੂੰ ਮੰਨੇ, ਉੱਤੇ ਫਿਰ ਦਇਆਵਾਨ ਹੋਵੇ, ਫਿਰ ਉਹ ਮੁਸਲਮਾਨ ਕਹਾਵੇ। ਫਿਰ ਕਹਿੰਦੇ ਚਲੋ ਫਿਰ ਜੇ ਨਹੀਂ ਫਰਕ ਤੇ ਫਿਰ ਨਵਾਜ਼ ਦਾ ਟਾਈਮ ਨਵਾਜ਼ ਪੜ੍ਹੋ। ਮਸੀਹ 'ਚ ਆ ਗਏ, ਨਵਾਜ਼ ਦਾ ਵੇਲਾ ਹੋ ਗਿਆ। ਫਿਰ ਦੇਖੋ ਫਿਰ ਮੁਸਲਮਾਨ ਅਸੀਂ ਸੱਚੇ ਹੈ ਕਿ ਨਹੀਂ। ਜਿਹੜੇ ਉੱਥੇ ਚਲੇ ਗਏ, ਉਹ ਫਿਰ ਆਪਣੀ ਨਵਾਜ਼ ਪੜ੍ਹਦੇ ਆ। ਮਹਾਰਾਜ ਖਲੋਤੇ ਰਹੇ। ਕਾਜੀ ਨੇ ਦੇਖੋ ਜੀ ਨਾਨਕ ਨਵਾਜ਼ ਨਹੀਂ ਪੜ੍ਹੀ। ਕਹਿੰਦੇ ਕੀ ਨਾ ਪੜ੍ਹਦਾ? ਬਾਦਸ਼ਾਹ ਕਾਬਲ ਘੋੜੀਆਂ ਖਰੀਦਦਾ ਸੀ, ਤੇਰੀ ਘੋੜੀ ਸੂਈ ਹੈ, ਅਤੇ ਤੂੰ ਦੇਖਦਾ ਬਸ਼ੇਰਾ ਜਿਹੜਾ ਉਹ ਟੋਏ 'ਚ ਨਾ ਡਿੱਗ ਪਿਆ। ਇਹ ਸੁਣ ਕੇ ਬੜੇ ਸ਼ਰਮਿੰਦੇ ਹੋਏ। ਫਿਰ ਸਾਰਿਆਂ ਨੂੰ ਭੁੱਲ ਮੰਨੀ ਪਿਆ ਅੰਤਰਜਾਮੀ ਨਮਸਕਾਰ ਕੀਤੀ। ਫਿਰ ਇਸ ਤੋਂ ਬਾਅਦ ਫਿਰ ਮਹਾਰਾਜ ਮਸਾਣਾ ਜਾ ਬੈਠੇ। ਆਉਣ ਜਾਣੇ ਭੀੜ ਲੱਗੀ ਰਹਿੰਦੀ। ਸਤਿਨਾਮ ਸਿੰਘ ਦਾ ਉਪਦੇਸ਼ ਦਿੰਦੇ ਸੀ, ਅਤੇ 2-2.5 ਮਹੀਨੇ ਨਵਾਜ਼ ਸਿੰਘ ਰੱਖਿਆ। ਫਿਰ ਜੀਵਾਂ ਦੇ ਸੁਧਾਰ ਵਾਸਤੇ ਤਿਆਰੀ ਕਰ ਲਈ। ਆਪਦੇ ਘਰ 2 ਸਾਹਿਬਜ਼ਾਦੇ ਸੀ, ਬਾਬੇ ਸ੍ਰੀ ਚੰਦ ਭਾਦਰੋਂ ਸੁਤੀ 9 ਸੰਮਤ 1552, ਅਤੇ ਲక్ష్ਮੀ ਦਾਸ 19 ਫਗਣ
ਸੰਮਤ 1553 ਨੂੰ ਮਾਤਾ ਸੁਲੱਖਣੀ ਗ੍ਰਹਿ ਵਿਖੇ ਪ੍ਰਗਟ ਹੋਏ ਸੀ। ਦੋਵਾਂ ਸਾਹਿਬਜ਼ਾਦਿਆਂ ਤੇ ਇਹਨਾਂ ਦੀ ਮਾਤਾ ਸ੍ਰੀ ਸੁਲੱਖਣੀ ਨੂੰ ਬੇਬੇ ਨਾਨਕੀ ਦੇ ਸਪੁਰਦ ਕਰਕੇ ਫਿਰ ਆਪ ਚੜ੍ਹਿਆ ਸੋਧਨ ਤਰਤ ਲਗਾਈ। ਫਿਰ ਮਾਤਾ ਪਿਤਾ ਸੱਸ ਸਹੁਰੇ ਆ ਗਏ, ਰੋਕਿਆ ਤੇ ਕਹਿਣ ਲੱਗੇ ਉਹ ਸੁਲਤਾਨਪੁਰ ਆ ਗਏ। ਭਾਈ ਅਜੈ ਨੂੰ ਮਿਲ ਕੇ ਆਪਣੇ ਢੰਗ ਨਾਲ ਬੜੇ ਯਤਨ ਕੀਤੇ। ਇਸ ਤਰ੍ਹਾਂ ਘਰ-ਬਾਰ ਇਸਤਰੀ ਪੁੱਤਰਾਂ ਨੂੰ ਤਿਆਗ ਕੇ ਜਾਣਾ ਠੀਕ ਨਹੀਂ। ਤੇ ਫਿਰ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਸਾਨੂੰ ਕਰਤਾਰ ਵੱਲੋਂ ਹੁਕਮ ਹੋਇਆ ਤੇ ਮਰਦਾਨਾ ਭਾਈ ਬਾਲੇ ਨੂੰ ਨਾਲ ਲੈ ਕੇ ਧਰਤੀ ਦਾ ਸੁਧਾਰ ਕਰਨ ਲਈ ਫਿਰ ਕਮਰ ਕਾਸਾ ਕਰਕੇ ਤੁਰ ਪਏ। ਸਤਿਗੁਰੂ ਦੇ ਫਿਰ ਪ੍ਰਚਾਰ ਦਾ ਢੰਗ ਇਸ ਤਰ੍ਹਾਂ ਅੱਜ ਕੱਲ੍ਹ ਦੇ ਪ੍ਰਚਾਰ ਦੇ ਢੰਗ ਨੂੰ ਵੱਖਰਾ ਆ। ਕੋਈ ਜਲਸਾ ਕਰਦਾ ਅੱਜ ਕੱਲ੍ਹ, ਕੋਈ ਇਸ਼ਤਿਹਾਰ ਛਾਪਦਾ। ਮਹਾਰਾਜ ਜਿੱਥੇ ਸੁਧਾਰ ਦੀ ਲੋੜ ਸੀ ਉੱਥੇ ਆਪ ਪਹੁੰਚ ਕੇ ਨਵਾਂ ਕੌਤਾ ਕਰ ਲੈਂਦੇ ਸੀ। ਉਸ ਕੌਤ ਦਾ ਵਿਰੋਧੀ ਧੜਾ ਆਪ ਨੂੰ ਚਰਚਾ ਕਰਨਾ ਆ ਜਾਂਦਾ। ਚਰਚਾ ਕਰਕੇ ਫਿਰ ਉਹਨੂੰ ਉਪਦੇਸ਼ ਦੇ ਕੇ ਸੱਚਾਈ ਗ੍ਰਹਿਣ ਕਰਾਉਂਦੇ। ਸਤਿਗੁਰੂ ਦੇ ਰਜਨੀਆਂ ਫੇਰੀਆਂ 4 ਉਦਾਸੀਆਂ ਪ੍ਰਸਿੱਧ ਆ ਕਿ ਕਿਸ ਤਰ੍ਹਾਂ ਚਾਰੇ ਦੇ ਕੋਨੇ-ਕੋਨੇ ਪਹੁੰਚ ਕੇ ਨਵੇਂ ਢੰਗ ਵਰਤ ਕੇ ਉਹਨੇ ਗੁਰਮਤਿ ਦਾ ਪ੍ਰਚਾਰ ਕੀਤਾ। ਇੱਕ ਪਾਸੇ ਆਪ ਨੂੰ ਧਾਰਮਿਕ ਆਗੂ ਕਹਾਉਣ ਵਾਲੇ ਜੋਗੀ, ਪੰਡਤ, ਮੁੱਲਾ, ਮੌਲਵੀ ਇਹਨਾਂ ਦਾ ਜ਼ੋਰ ਸੀ। ਦੂਏ ਪਾਸੇ ਲੁੱਟ ਕੇ ਖਾਣ ਵਾਲੇ ਚੋਰਾਂ, ਠੱਗਾਂ, ਪਖੰਡੀਆਂ, ਜ਼ੁਲਮੀ ਰਾਜ ਕਰਮਚਾਰੀਆਂ ਦਾ ਬੜਾ ਬੋਲਬਾਲਾ ਸੀ। ਪਾਤਸ਼ਾਹ ਨੇ ਇਹਨਾਂ ਦੋਹਾਂ ਸ਼੍ਰੇਣੀਆਂ ਦੇ ਟਿਕਾਣਿਆਂ 'ਤੇ ਪਹੁੰਚ ਕੇ ਇਹਨਾਂ ਸਾਰਿਆਂ ਦਾ ਸੁਧਾਰ ਕਰਨ ਲਈ 4 ਉਦਾਸੀਆਂ ਕੀਤੀਆਂ। ਉਸ ਸਮੇਂ ਆਮ ਬੰਦੇ ਸਫ਼ਰ ਕਰਨਾ ਵਾਸਤੇ ਨਾ ਮੋਟਰਾਂ ਸੀ, ਨਾ ਰੇਲ ਗੱਡੀਆਂ, ਨਾ ਹਵਾਈ ਜਹਾਜ਼ ਸੀ। ਪਰ ਗੁਰੂ ਜੀ ਨੇ ਆਪਣੇ ਸਾਥੀ ਭਾਈ ਬਾਲੇ ਮਰਦਾਂ ਨਾਲ ਲੈ ਕੇ ਤਿੱਬਤ ਤੋਂ ਲੰਕਾ ਤੱਕ, ਉੱਤਰ ਤੋਂ ਦੱਖਣ ਔਰ ਨਾਗਾਲੈਂਡ, ਸਿਆਮ, ਮਿਸਰ, ਅਰਬ ਦੇਸ਼ਾਂ, ਪਸ਼ਚਿਮ ਪੂਰਬ, ਪਹਾੜਾਂ, ਦਰਿਆਵਾਂ, ਸਮੁੰਦਰਾਂ, ਜੰਗਲਾਂ, ਰੇਤ ਦੇ ਮਾਰੂ ਤੋਂ ਲੰਘ ਕੇ 20-21 ਸਾਲ ਕਿੱਡਾ ਵੱਡਾ ਸਫ਼ਰ ਕੀਤਾ ਹੈ। ਉੱਥੇ ਬੜਾ ਉਸ ਵੇਲੇ ਜ਼ੁਲਮ ਹੋ ਰਿਹਾ ਸੀ। ਆਪ ਨੇ ਸ਼ਬਦਾਂ 'ਚ ਆਪੇ ਹੀ ਦੱਸਿਆ। 12 ਮਾਝ ਸ਼ਲੋਕ ਮਹਲਾ ਪਹਿਲਾ। ਕਲਕਾਤੀ ਰਾਜੇ ਕਸਾਈ ਧਰਮ ਕੰਪਾਂ ਕਰ ਉੱਡ ਰਿਹਾ। ਕੂੜਾ ਮਾਵ ਸੱਚ ਅੰਦਰੋਂ ਦਿਸੇ ਨਹੀਂ ਕਹਿ ਚੜਿਆ। ਹੁਣ ਪਾਲੂ ਕੁੰਨੀ ਹੋਈ ਆ ਦੇ ਰਹਿ ਰਾਹੋ ਨਾ ਕੋਈ ਵਿੱਚ ਮੈਂ ਕਰ ਦੋ ਖਰੋਈ ਕੌਣ ਨਾਨਕ ਕਹਿਣ ਵਿਦਗਤ ਹੋਈ। ਭਾਵ ਕੀ ਆ, ਰਾਜੇ ਲੋਕ ਜ਼ਾਲਮ ਹੋ ਗਏ, ਪ੍ਰਜਾ ਜ਼ੁਲਮ ਕਰਦੇ ਆ। ਸਾਰੇ ਹਨੇਰ ਜ਼ੁਲਮ ਦਾ ਬੋਲਬਾਲਾ, ਸੱਚ ਕਿਤੇ ਲੱਜ ਨਹੀਂ ਰਿਹਾ। ਹਨੇਰ ਜ਼ੁਲਮ ਤੋਂ ਬਚਣ ਵਾਲੇ ਲੋਕ ਦੁਖੀ ਹੈ। ਲੋਕਾਂ ਦਾ ਦੁੱਖ ਕਿਸ ਤਰ੍ਹਾਂ ਦੂਰ ਕੀਤਾ ਜਾਏ। ਸੋ ਇਹ ਸੱਚੇ ਪਾਤਸ਼ਾਹ ਨੇ ਫਿਰ 4 ਉਦਾਸੀਆਂ ਕੀਤੀਆਂ ਜਗ੍ਹਾ ਵਜਾ ਕੇ ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਔਰ ਪਹਿਲੀ ਉਦਾਸੀ ਪੂਰਬ ਦੀ ਹੈ, ਸੰਮਤ 1554 ਤੋਂ 1565। ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦੇ ਸਿਆਈ। ਬਾਜ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜ੍ਹਿਆ ਸੋਧਨ ਤਰਤ ਲੁਕਾਈ। ਫਿਰ ਸਾਧੂ ਨੇ ਆਪਣੇ ਗਿਆਨ ਦ੍ਰਿਸ਼ਟੀ ਨੂੰ ਦੇਖਿਆ ਸਾਰੀ ਸ੍ਰੇਸ਼ਟੀ ਪਾਪਾਂ ਦੇ ਅੱਗੇ ਸੜ ਰਹੀ ਹੈ। ਸੱਚੇ ਗੁਰਾਂ ਦੇ ਨੇ ਝੂਠ ਪਾਪਾਂ ਦਾ ਅੰਧ ਗੁਵਾਰ ਚੜ੍ਹਿਆ ਹੋਇਆ। ਸ੍ਰੇਸ਼ਟੀ ਹਾਏ ਹੈ ਪੁਕਾਰ ਰਹੇ, ਮਾਰੇ ਗਏ, ਲੁੱਟੇ ਗਏ ਕਰ ਰਹੇ। ਬਾਬੇ ਨੇ ਉਦਾਸੀ ਦਾ ਭੇਖ ਕਰਕੇ ਸ੍ਰੇਸ਼ਟੀ ਦੇ ਜੀਵਾਂ ਨੂੰ ਰਾਸਤੇ ਪਾਉਣ ਵਾਸਤੇ ਚੱਲ ਪਾਇਆ। ਔਰ ਸੰਮਤ 15 ਗੋਇੰਦਵਾਲ ਇੱਕ ਦਰਿਆਈ ਪੱਤਣ ਦੇ ਰੂਪ ਵਿੱਚ ਕੇਵਲ ਮਲਾਹਣੀਆਂ ਝੁੱਗੀਆਂ, ਕੱਚੇ ਕੋਠੇ। ਵਰਤਮਾਨ ਗੋਇੰਦਵਾਲ ਗੋਂਦੇ ਖੱਤਰੀ ਨੇ ਗੁਰੂ ਅੰਗਦ ਸਾਹਿਬ ਦੇ ਵਰਦਾਨ 1600 'ਚ ਨਗਰ ਵਸਾਇਆ। ਇਹਨਾਂ ਪਿੰਡਾਂ ਦੀਆਂ ਯਾਦਗਾਰਾਂ ਗੁਰਦੁਆਰੇ ਅਤੇ ਇਸ ਵਾਸਤੇ ਮਹਾਰਾਜ ਦੇ ਆਪਣੇ ਪਹਿਲਾ ਪਿੰਡ ਪੱਠੇ ਪਿੰਡ ਡੇਰਾ ਸਾਹਿਬ, ਪਿੰਡ ਜਾਮੇਰਾ ਨੇੜੇ ਵਸਨੀਕ ਕੇਵਲ ਨੌਰਕੀ ਕਰਕੇ ਤਲਵੰਡੀ ਮਹਿਤਾ ਹੀ ਗਏ ਸੀ। ਆਪਦੇ ਨਾਨਕੇ ਚਾਲ ਪਿੰਡ ਪੱਠੇ ਪਿੰਡ ਨੂੰ ਜਾਮਣ ਦੇ ਰਸਤੇ ਆਪਣੇ ਸਿੱਖ ਔਰ ਪ੍ਰੇਮੀਆਂ ਨੂੰ ਮਿਲ ਕੇ ਜਾਂਦੇ ਆਉਂਦੇ ਸੀ। ਇਸ ਵਾਸਤੇ ਅਤੇ ਮਹਾਰਾਜ ਫਿਰ ਭਾਈ ਬਾਲੇ ਮਰਦਾਂ ਨੂੰ ਲੈ ਕੇ ਸੁਲਤਾਨਪੁਰ ਬਿਆਸ ਦਾ ਪੱਤਣ ਪਾਰ ਕਰਕੇ ਗੋਂਦਵਾਲ ਕਿਉਂ ਚੱਲ ਕੇ ਅੰਮੀ ਸ਼ਾਹ, ਖਾਲੜਾ, ਘਵਿੰਡੀ, ਖਾਲੜਾ ਬਾਰਡਰ ਦੇ ਨੇੜੇ ਜਾਮਣ ਹੋਏ। ਇਸ ਪਿੰਡ ਇੱਕ ਪਾਠੜੇ ਨਰੀਆ ਨੇ ਸੇਵਾ ਕੀਤੀ। ਇਹਨੂੰ ਗੁਰੂ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਕੋਲ ਰੱਖਿਆ। ਉਪਦੇਸ਼ ਲੈ ਕੇ ਆਪ ਦਾ ਗੁਰਸਿੱਖ ਬਣਿਆ। ਇੱਥੋਂ ਫਿਰ ਚਾਲ ਪਿੰਡ
ਨਾਨਕੇ ਜਾਂਦੇ ਹੋਏ ਇੱਕ ਰੋੜੀ ਉੱਤੇ ਬਿਰਛਾਂ ਦੀ ਝੰਗੀ 'ਚ ਬੈਠੇ। ਇੱਥੋਂ ਗੁਰੂ ਦੀ ਰੋੜੀ ਸਾਹਿਬ ਕਰਕੇ ਪ੍ਰਸਿੱਧ। ਇੱਥੋਂ ਚੱਲ ਕੇ ਚਾਲ ਨਾਨਕੇ ਪਿੰਡ ਵਿਰਾਜੇ। ਚਾਲ ਕੋਈ ਦਿਨ ਵਿਰਾਮ ਕੇ ਲਾਹੌਰ ਪਹੁੰਚੇ। ਇਸ ਤਰ੍ਹਾਂ ਵੇਖਿਆ ਵਰਣਨ ਕੀਤਾ। ਸ਼ਲੋਕ 12 ਤੋਂ ਵਧੀਕ ਮਹਲਾ ਪਹਿਲਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਲਾਹੌਰ ਸ਼ਹਿਰ ਸਵਾ ਪੈਰ ਦਿਨ ਚੜ੍ਹੇ ਤੱਕ ਕਹਿਰ ਜ਼ੁਲਮ ਵਰਤਦਾ। फिर लालो जी के भाई लालो जी को सैदपुर आए। लाहौर शहर ऐसे कि रणत हाल देख के मारन रावी नदी के पार करके गुजरां वाले दे जिले विच सैदपुर हुणे अमनाबाद अपने एक सिख भाई लालो को गए। लालो प्रेम करके मारे एक महीना रहे। आप केवल भोजन छकण वास्ते लालो घर आउंदे नहीं तां पिंड तो आध मील बाहर रोड़ी साहब रोड़ां दा आसन करके उत्थे समा सिमर च बतीत करते सी। इत्थे आप दा नानक तपा प्रसिद्ध होया। 2-3 दिन मरदाना इत्थों परिवार नूं मिलण तलवंडी गया सी। फिर मलक भागू नूं उपदेश इन्हां दिनां सैदपुर दे पठान हाकमां नूं ये जिहड़ा सी मलक भागू ने दीवान सी ब्रह्म भोज करके भोजन छकाया। जद पता लगा कि नानक तपा भोजन छकण नहीं आए उन अपनी बेइज्जती समझी। मेरे सदे क्यों नहीं आए। उन्हें फिर अपने करिंदे भेज के पूछा तुसीं ब्रह्म भोज क्यों नहीं आए। महाराज उन्होंने प्रतख प्रमाण देने वास्ते तुसीं अपना भोजन मंगाओ छकण होया छकांगे। नौकरू कड़ा पूड़ियाँ मंगाइयां तो उधर भाई लालो को कोदरे का धोखा टोक मंगा लिया। मलक की पूड़ी कड़ा खब्बे हाथ फड़ लिया। लालो का टोक सजे हाथ। वेखण हैरान ये की हो रहा। दो मारा दोवां मुठा लै निचोड़िया। सारिਆਂ ਦੇ मलक भागे ब्रह्म भोजन लहू के तुप केड़े गए। लालो के दुध दियां बूंदां डिगियां। एक पास लहू दो पास दुध टपकदा हैरान हो गए। मलक भागो तेरे भोजन लहू चोरिया। ये ब्रह्म भोज गरीबां दे जोर जुलम करके उन्हां दा लहू निचोड़ के तैं बनाया। लालू ने सच्ची सुची दाहानों की किरत करके भोजन तैयार किया। यह हक्कां लाल की कमाई दुध निकला। इस वास्ते किहड़ा सियाणा साधु साने जिहड़ा दुध नूं है लहू पीएगा। ये कारण असीं तेरे भंडारे च नहीं आए। ये गल सुन के बड़ा शर्मिंदा होया। भुल की माफ़ी मंगी। अगों तो गरीबां ते दया करना बंद कीता। महाराज ने मालधारियां दा अपमान दूर करके सच्चे हक्कां लाल की कमाई का उपदेश दिता। हक्कां लाल की कमाई करने वाले भाई लालो तरखान नूं मान बख्शिया। इस तरह सतगुरु सच्चे पातशाह ने किरपा की। वाहिगुरू जी का खालसा वाहिगुरू जी की फतेह।